हाँ जी, सत श्री अकाल बई सारिਆਂ ਨੂੰ ਵੈਰੀ ਗੁੱਡ ਆਫਟਰਨੂਨ। ਸੋ ਆਪਾਂ ਕਲਾਸ ਸਟਾਰਟ ਕਰਦੇ ਹਾਂ। ਇੱਕ ਵਾਰੀ ਸਾਰੇ ਬੱਚਿਆਂ ਨੂੰ ਕਲਾਸ ਜੁਆਇਨ ਕਰ ਲੈਣ ਦੋ। ਸੋ ਅੱਜ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸਪੈਸ਼ਲੀ ਐਮਸੀਕਿਊਜ਼ ਦੀ ਕਲਾਸ ਰਹਿਣ ਵਾਲੀ ਆ, ਜਿਹਦੇ ਵਿੱਚ ਆਪਾਂ ਨੇ ਕੁਝ ਕੁਐਸਚਨਸ ਫੰਡਾਮੈਂਟਲ ਰਾਈਟਸ ਦੇ ਕਰਨੇ ਨੇ, ਕੁਝ ਕੁਐਸਚਨਸ ਡੀਪੀਐਸਪੀ ਦੇ ਕਰਨੇ ਨੇ, ਔਰ ਕੁਝ ਕੁਐਸਚਨਸ ਡੈਫੀਨਿਟਲੀ ਆਪਾਂ ਨੇ ਫੰਡਾਮੈਂਟਲ ਡਿਊਟੀਜ਼ ਦੇ ਵੀ ਕਰਨੇ ਨੇ। ਠੀਕ ਹੈ, ਸੋ ਇੱਕ ਵਾਰੀ ਸਭ ਨੂੰ ਜੁਆਇਨ ਕਰਨ ਦੋ। ਆਫਟਰ ਦੈਟ ਆਪਾਂ ਆਪਣੀ ਕਲਾਸ ਜਿਹੜੀ ਹੈਗੀ ਉਹ ਸ਼ੁਰੂ ਕਰਦੇ ਹਾਂ। ਇੰਨੇ ਜਣੇ ਜਿਹੜੇ ਬੱਚੇ ਆ ਚੁੱਕੇ ਨੇ ਫਸਟ ਕੁਐਸਚਨ ਸਟਾਰਟ ਕਰ ਲਓ। ਤੁਹਾਡਾ ਪਹਿਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਫਸਟ ਕੁਐਸਚਨ ਦੇ ਨਾਲ ਆਪਾਂ ਇਹਦੀ ਸ਼ੁਰੂਆਤ ਕਰਦੇ ਹਾਂ। ਮਾਰਨਿੰਗ ਜੀ, ਮਾਰਨਿੰਗ, ਗੁੱਡ ਆਫਟਰਨੂਨ। ਅੱਜ ਮੌਸਮ ਹੈ ਵਧੀਆ, ਮੇਰੇ ਖਿਆਲ ਦੇ ਵਿੱਚ ਸਾਰੇ ਕਿਤੇ ਵਧੀਆ ਹੋਣਾ। ਬਾਰਿਸ਼ ਬੁਰਿਸ਼ ਦਾ ਟਾਈਮ ਹੈਗਾ, ਮਤਲਬ ਕੀ ਨਹੀਂ ਸੋਚਿਆ ਸੀ ਵੀ ਹਾੜ ਦੇ ਵਿੱਚ ਇਸ ਤਰੀਕੇ ਦਾ ਮੌਸਮ ਹੋਊਗਾ, ਹਨਾ ਵੀ ਰੱਬ ਦੇ ਰੰਗਾਂ ਤੋਂ ਨਿਆਰੀ ਚੀਜ਼ ਕੋਈ ਨਹੀਂ ਹੈਗੀ। ਤਾਂ ਨੋਬਡੀ ਲਾਈਕ ਨੈਵਰ ਐਕਸਪੈਕਟ ਕਿ ਇਹ ਚੀਜ਼ਾਂ ਹੋ ਰਹੀਆਂ ਨੇਗੀਆਂ। ਹਾਂਜੀ, ਆਜੋ ਜੀ, ਆਜੋ ਕੁਇਕਲੀ। ਮੈਨੂੰ ਲੱਗਿਆ, ਅੱਛਾ ਮਨਪ੍ਰੀਤ, ਮੈਨੂੰ ਲੱਗਿਆ ਪਹਿਲਾਂ ਐਮਸੀਕਿਊਜ਼ ਕਰਾਉਣੇ ਚਾਹੀਦੇ ਨੇ ਪਾਰਟ 5 ਤੋਂ ਪਹਿਲਾਂ, ਕਿਉਂਕਿ ਪਾਰਟ 5 ਤੋਂ ਬਾਅਦ 3-4 ਟੌਪਿਕ ਹੈਵੀ ਹੋ ਜਾਣਗੇ, ਹਨਾ। ਜਿਵੇਂ ਪ੍ਰੈਜ਼ੀਡੈਂਟ ਵੀ ਹੈਵੀ ਆ, ਵਾਈਸ ਪ੍ਰੈਜ਼ੀਡੈਂਟ ਵੀ ਹੈਵੀ ਆ, ਫਿਰ ਆਪਾਂ ਪਿੱਛੇ ਰਹਿ ਜਾਂਦੇ ਕਿਸੇ ਕਾਰਨ ਕਰਕੇ। ਤਾਂ ਕਰਕੇ ਆਪਾਂ ਪਹਿਲਾਂ ਜਿੰਨਾ ਕਰਿਆ ਉਹਦੇ ਐਮਸੀਕਿਊਜ਼ ਨਵੇੜੀਏ, ਆਫਟਰ ਦੈਟ ਆਪਾਂ ਅੱਗੇ ਵਧੀਏ। ਠੀਕ ਹੈ, ਮਤਲਬ ਕੱਲ ਤਾਂ ਮੈਂ ਬੁਖਾਰ ਚ ਪਤਾ ਨਹੀਂ ਕੀ ਲੱਗਿਆ ਕੀ ਕਹੇਗੀ, ਬਟ ਆਪਾਂ ਇਸ ਤੋਂ ਬਾਅਦ ਪਾਰਟ 5 ਫਿਰ ਸਟਾਰਟ ਕਰਾਂਗੇ। ਪਹਿਲਾਂ ਆਪਾਂ ਪਿਛਲਾ ਨਵੇੜੀਏ ਨਾ, ਪਿਛਲੇ ਨੂੰ ਲੈ ਕੇ ਕੌਨਫੀਡੈਂਟ ਹੋਈਏ ਕਿ ਹਾਂ ਹੋ ਗਿਆ। ਬਹੁਤ ਢਿੱਲੇ ਨੇ ਜਵਾਕ ਜੁਆਇਨ ਕਰਨ ਦੇ ਲਈ, ਪਤਾ ਨਹੀਂ ਜੁਆਇਨ ਹੋ ਨਹੀਂ ਪਾਉਂਦਾ ਜਾਂ ਕੀ ਇਸ਼ੂ ਹੈਗਾ। ਕੁਇਕਲੀ ਕੁਇਕਲੀ ਸਾਰੇ ਆ ਜਾਓ ਬਈ। ਬਸ ਸਟਾਰਟ ਕਰਦੇ ਹਾਂ, 2 ਮਿੰਟ ਦਾ ਸਮਾਂ ਦਿਓ। ਲਓ ਜੀ, ਫਸਟ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਹੈ। ਪਹਿਲਾ ਕੁਐਸਚਨ ਕੀ ਕਹਿੰਦਾ ਜੀ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸੰਵਿਧਾਨ ਦੁਆਰਾ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਸ਼ਕਤੀ ਦਿੱਤੀ ਗਈ ਹੈ। ਸਭ ਤੋਂ ਪਹਿਲੀ ਗੱਲ, ਜਦੋਂ ਅਸੀਂ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਕੀ ਨਿਕਲਦਾ ਹੈ ਵੀ ਸਾਡੇ ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਦਾ ਕਨਸੈਪਟ ਹੈ ਉਹ ਨਿਆਂਯੋਗ ਹੈ, ਉਹ ਜਸਟਿਸ਼ੇਬਲ ਹੈ। ਮਤਲਬ ਉਹਦੇ ਨਾਲ ਸੰਬੰਧਿਤ ਅਸੀਂ ਕਿਸੇ ਨਾ ਕਿਸੇ ਕੋਰਟ ਦੇ ਵਿੱਚ ਜਾ ਕੇ ਨਿਆਂ ਜਿਹੜਾ ਹੈਗਾ ਉਹ ਮੰਗ ਸਕਦੇ ਹਾਂ। ਤਾਂ ਹੀ ਜੇ ਆਪਾਂ ਕਹੀਏ ਤਾਂ, ਠੀਕ ਹੈ, ਤਾਂ ਹੀ ਜੇ ਆਪਾਂ ਕਹੀਏ ਤਾਂ ਸਪੈਸੀਫਿਕ ਤਰੀਕੇ ਦੇ ਨਾਲ ਕਿ ਅਸੀਂ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੀ ਸ਼ਕਤੀ ਜਿਹੜੀ ਹੈ ਉਹ ਦਿੱਤੀ ਹੈ ਕਿਸੇ ਨੂੰ। ਤਾਂ ਹੁਣ ਆਪਾਂ ਦੂਸਰਾ ਪੁਆਇੰਟ ਕੀ ਪੜਿਆ ਸੀ ਕਿ ਸਾਡੇ ਦੇਸ਼ ਦੇ ਵਿੱਚ ਅਸੀਂ ਮੌਲਿਕ ਅਧਿਕਾਰਾਂ ਨੂੰ ਲੈ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੇ ਹਾਂ, ਇਹ ਇੱਕ ਪਾਵਰ ਆ। ਔਰ ਇੱਕ ਪੁਆਇੰਟ ਦਾ ਹੋਰ ਧਿਆਨ ਰੱਖਣਾ ਹੈਗਾ ਕਿ ਜਦੋਂ ਅਸੀਂ ਮੌਲਿਕ ਅਧਿਕਾਰਾਂ ਨੂੰ ਲੈ ਕੇ ਕਿਸੇ ਵੀ ਕੋਰਟ ਦੇ ਵਿੱਚ ਜਾਣ ਦੀ ਗੱਲ ਕਰਦੇ ਹਾਂ, ਇਹ ਅਥਾਰਟੀ ਸਿਰਫ 2 ਕੋਰਟਾਂ ਦੇ ਵਿੱਚ ਹੈ, ਇੱਕ ਹਾਈ ਕੋਰਟ ਦੇ ਵਿੱਚ ਹੈ, ਸੈਕੰਡ ਸੁਪਰੀਮ ਕੋਰਟ ਦੇ ਵਿੱਚ ਹੈ। ਕਦੇ ਵੀ ਅਸੀਂ ਮੌਲਿਕ ਅਧਿਕਾਰਾਂ ਨੂੰ ਲੈ ਕੇ ਡਿਸਟ੍ਰਿਕਟ ਕੋਰਟ ਦੇ ਵਿੱਚ ਨਹੀਂ ਜਾ ਸਕਦੇ, ਇਹ ਵੀ ਪੁਆਇੰਟ ਤੁਸੀਂ ਧਿਆਨ 'ਚ ਰੱਖਣਾ ਹੈ। ਕਦੇ ਵੀ ਅਸੀਂ ਮੌਲਿਕ ਅਧਿਕਾਰਾਂ ਨੂੰ ਲੈ ਕੇ ਸੈਸ਼ਨ ਕੋਰਟ ਦੇ ਵਿੱਚ ਜਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਨਹੀਂ ਜਾ ਸਕਦੇ। ਇਹਦਾ ਪ੍ਰਬੰਧ ਸਿਰਫ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਰੱਖਿਆ ਜਾਂਦਾ ਹੈ। ਔਰ ਇਹਦੇ ਨਾਲ ਹੀ ਤੁਹਾਨੂੰ ਆਰਟੀਕਲ ਵੀ ਪਤਾ ਨਹੀਂ ਕਿ ਹਾਈ ਕੋਰਟ ਦੇ ਵਿੱਚ ਅਸੀਂ ਆਰਟੀਕਲ 226 ਨੂੰ ਵਰਤ ਕੇ ਜਾਂਦੇ ਹਾਂ, ਸੁਪਰੀਮ ਕੋਰਟ ਦੇ ਵਿੱਚ ਅਸੀਂ ਆਰਟੀਕਲ 32 ਨੂੰ ਵਰਤ ਕੇ ਜਾਂਦੇ ਹਾਂ। ਵੈਸੇ ਵੀ ਜਦੋਂ ਅਸੀਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜਾ ਜੁਡੀਸ਼ੀਅਲ ਰਿਵਿਊ ਆ, ਹੁਣ ਤੁਸੀਂ ਇਹ ਚੀਜ਼ ਦੇ ਪਿੱਛੇ ਲੌਜਿਕ ਸਮਝੋ ਕਿ ਪਾਵਰ ਸਿਰਫ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਹੀ ਕਿਉਂ ਦਿੱਤਾ ਗਿਆ। ਜਿਹੜਾ ਸਾਡਾ ਜੁਡੀਸ਼ੀਅਲ ਰਿਵਿਊ ਦਾ ਸਿਸਟਮ ਹੈ, ਜੁਡੀਸ਼ੀਅਲ ਰਿਵਿਊ ਆਪਾਂ ਨੇ ਪੜਿਆ ਸੀ ਨਾ ਕਿ ਅਸੀਂ ਜੁਡੀਸ਼ੀਅਲ ਰਿਵਿਊ ਅਮਰੀਕਾ ਤੋਂ ਲੈ ਕੇ ਆਏ ਹਾਂ। ਜੁਡੀਸ਼ੀਅਲ ਰਿਵਿਊ ਦਾ ਮਤਲਬ ਹੈ ਨਿਆਇਕ ਨਿਰੀਖਣ ਜਾਂ ਪੁਨਰ ਨਿਰੀਖਣ। ਜਦੋਂ ਵੀ ਅਸੀਂ ਜੁਡੀਸ਼ੀਅਲ ਰਿਵਿਊ ਦੀ ਗੱਲ ਕਰਦੇ ਹਾਂ, ਜੁਡੀਸ਼ੀਅਲ ਰਿਵਿਊ ਕਰਨ ਦੀ ਪਾਵਰ ਸਿਰਫ 2 ਕੋਰਟਸ ਕੋਲੇ ਹੈ, ਦੈਟ ਇਜ਼ ਹਾਈ ਕੋਰਟ ਤੇ ਸੁਪਰੀਮ ਕੋਰਟ। ਜੇ ਜੁਡੀਸ਼ੀਅਲ ਰਿਵਿਊ 2 ਕੋਰਟਸ ਕਰ ਸਕਦੀਆਂ ਨੇ ਤਾਂ ਇਹਦਾ ਮਤਲਬ ਫੰਡਾਮੈਂਟਲ ਰਾਈਟ ਦਾ ਸਟਰਕਚਰ ਵੀ ਦੋਵੇਂ ਹੀ ਕੋਰਟ ਦੇਖਣਗੀਆਂ। ਔਰ ਜੁਡੀਸ਼ੀਅਲ ਰਿਵਿਊ ਦੀ ਗੱਲ ਕਰੀ ਗਈ ਹੈ ਆਰਟੀਕਲ 13 ਦੇ ਵਿੱਚ ਵੀ, ਜਿਹੜਾ ਸਾਡਾ ਪਰਿਭਾਸ਼ਿਤ ਕੀਤਾ ਗਿਆ ਨਾ, ਅਸੀਂ ਕੱਲ ਪੜਿਆ ਸੀਗਾ ਕਿ 12 ਤੇ 13 ਆਰਟੀਕਲ ਜਿਹੜੇ ਫੰਡਾਮੈਂਟਲ ਰਾਈਟ ਦੇ ਹੈਗੇ ਨੇ, ਆਪਾਂ ਆਪਣੀ ਕਲਾਸ ਦੇ ਵਿੱਚ ਪੜਿਆ ਸੀ ਕਿ ਉਹਨਾਂ ਦੇ ਵਿੱਚ ਡੈਫੀਨੇਸ਼ਨ ਆਫ ਫੰਡਾਮੈਂਟਲ ਰਾਈਟ ਆ। ਤਾਂ ਉਹਦੇ ਬੇਸਿਸ ਤੇ ਜੋ ਜੁਡੀਸ਼ੀਅਲ ਰਿਵਿਊ ਆ ਉਹਦਾ ਆਰਟੀਕਲ ਸਾਡੇ ਕੋਲੇ ਕਿੰਨਾ ਨਿਕਲਦਾ, 13 ਨੰਬਰ। 13 ਨੰਬਰ ਆਰਟੀਕਲ ਦੇ ਵਿੱਚ ਗੱਲ ਕਰੀ ਗਈ ਹੈ ਕਿਹਨੂੰ ਲੈ ਕੇ, ਨਿਆਇਕ ਨਿਰੀਖਣ ਨੂੰ, ਪੁਨਰ ਨਿਰੀਖਣ ਨੂੰ ਲੈ ਕੇ ਗੱਲ ਕਰੀ ਗਈ ਹੈ। ਸੋ ਇਹ ਵੀ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ। ਔਰ ਦੂਸਰਾ ਪੁਆਇੰਟ ਇਹ ਵੀ ਧਿਆਨ 'ਚ ਰੱਖਣਾ ਹੈਗਾ ਕਿ ਆਰਟੀਕਲ 13 ਇਹੀ ਗੱਲ ਕਰਦਾ ਕਿ ਜੁਡੀਸ਼ੀਅਲ ਰਿਵਿਊ ਦੇ ਅੰਡਰ
ਜੇ ਸਾਡੇ ਦੇਸ਼ ਦੇ ਵਿੱਚ ਕਿਸੇ ਪਰਸਨ ਨੂੰ ਫੰਡਾਮੈਂਟਲ ਰਾਈਟ ਨਹੀਂ ਮਿਲਦੇ ਤਾਂ ਅਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਜਾ ਸਕਦੇ ਹਾਂ ਬਾਈ ਯੂਜ਼ਿੰਗ ਥੀਸ ਆਰਟੀਕਲਸ। ਠੀਕ ਹੈ, ਸੋ ਆਪਾਂ ਕਿਤੇ ਸਾਰੀਆਂ ਅਦਾਲਤਾਂ 'ਚ ਨਹੀਂ ਜਾ ਸਕਦੇ। ਕਈ ਵਾਰੀ ਅਸੀਂ ਪਹਿਲੀ ਆਪਸ਼ਨ ਦੇ ਕੇ ਜ਼ਿਆਦਾ ਐਕਸਾਈਟਡ ਹੋ ਜਾਂਦੇ ਹਾਂ ਕਿ ਅਸੀਂ ਕੋਰਟ 'ਚ ਜਾਂਦੇ ਹਾਂ, ਸਾਰੀਆਂ ਅਦਾਲਤਾਂ 'ਚ ਨਹੀਂ ਜਾ ਸਕਦੇ ਜਸਟ ਬਿਕਾਜ਼ ਜੁਡੀਸ਼ੀਅਲ ਰਿਵਿਊਜ਼ ਦਾ ਕਨਸੈਪਟ ਸਿਰਫ ਦੋ ਅਦਾਲਤਾਂ ਦਿੰਦੀਆਂ ਨੇ, ਕਿਹੜੀਆਂ ਇੱਕ ਹਾਈ ਕੋਰਟ ਤੇ ਇੱਕ ਸੁਪਰੀਮ ਕੋਰਟ। ਦੂਸਰਾ ਪੁਆਇੰਟ, ਪਾਰਲੀਮੈਂਟ ਬਿਲਕੁਲ ਨਹੀਂ ਜਾਵਾਂਗੇ, ਸੰਸਦ ਨੇ ਤਾਂ ਕੋਈ ਕਾਨੂੰਨ ਬਣਾਇਆ ਹੋ ਜਿਹਦਾ ਅਸੀਂ ਵਿਰੋਧ ਕਰਾਂਗੇ। ਤੀਸਰਾ ਪੁਆਇੰਟ ਹੈ ਪ੍ਰੈਜ਼ੀਡੈਂਟ ਕੋਲੇ ਕੋਈ ਪਾਵਰ ਨਹੀਂ ਹੈਗੀ। ਚੌਥਾ ਪੁਆਇੰਟ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਅਸੀਂ ਇਹਦੇ ਰਿਲੇਟਡ ਜਿਹੜਾ ਹੈ ਉਹ ਜਾ ਸਕਦੇ ਆਂਗੇ। ਅਗਲਾ ਕੁਐਸਚਨ ਹੈ ਜੀ ਤੁਹਾਡੀ ਸਕਰੀਨ ਦੇ ਉੱਪਰ, ਸੈਕੰਡ ਕੁਐਸਚਨ, ਮੌਲਿਕ ਅਧਿਕਾਰ ਕੀ ਨੇ। ਹੁਣ ਇਹ ਵੀ ਕੁਐਸਚਨ ਅਸੀਂ ਬਹੁਤ ਵਾਰੀ ਪੜ੍ਹੇਗਾ। ਠੀਕ ਹੈ, ਜੇ ਆਪਾਂ ਗੱਲ ਕਰੀਏ ਮੌਲਿਕ ਅਧਿਕਾਰ ਕੀ ਨੇ ਤਾਂ ਇਹਦਾ ਵੀ ਆਪਾਂ ਬਹੁਤ ਜ਼ਿਆਦਾ ਵਾਰੀ ਪੜ੍ਹੇਗਾ। ਅੱਛਾ, ਜਸਟੀਫੀਏਬਲ ਦੀ ਜਗ੍ਹਾ ਤੇ ਨਾ ਤੁਸੀਂ ਇਹ ਜਾਇਜ਼ ਨਾ ਲਿਖੋ, ਇਹਨੂੰ ਨਿਆਂਯੋਗ ਲਿਖ ਲਓ, ਜਿਹੜਾ ਤੁਸੀਂ ਆਪਣੀ ਅਸਲੀ ਐਗਜ਼ਾਮ ਦੀ ਭਾਸ਼ਾ ਦੇ ਅਕੋਰਡਿੰਗ ਲਿਖਣਾ ਹੈਗਾ। ਔਰ ਸਾਨੂੰ ਸਭ ਨੂੰ ਪਤਾ ਇਹ ਟਰਮ ਅਸੀਂ ਪਹਿਲਾਂ ਹੀ ਡਿਸਕਸ ਕਰ ਆਏ। ਬਿਲਕੁਲ ਜੀ ਬਿਲਕੁਲ, ਸਾਰੇ ਬੱਚਿਆਂ ਦਾ ਆਪਸ਼ਨ ਆਲਮੋਸਟ ਸਹੀ ਹੈ। ਸਾਡੇ ਦੇਸ਼ ਦੇ ਵਿੱਚ ਜਦੋਂ ਅਸੀਂ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਮੌਲਿਕ ਅਧਿਕਾਰ ਨਿਆਂਯੋਗ ਨਹੀਂ, ਇਹ ਚੀਜ਼ ਦਾ ਸਾਨੂੰ ਸਭ ਨੂੰ ਪਤਾ, ਇਹਨੂੰ ਵਾਰੀ-ਵਾਰੀ ਔਖੇ ਤੌਰ ਤੇ ਨਹੀਂ ਦੇਖਣਾ। ਅਗਲਾ ਪੁਆਇੰਟ ਕਿਹੜਾ ਜੀ ਸਾਡੇ ਕੋਲੇ, ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਦੇ ਰਿਲੇਟਡ ਆਪਾਂ ਨੂੰ ਚਾਰ ਆਪਸ਼ਨ ਨੇ। ਸਭ ਤੋਂ ਪਹਿਲੀ ਗੱਲ, ਫੰਡਾਮੈਂਟਲ ਰਾਈਟ ਨੂੰ ਸਸਪੈਂਡ ਨਹੀਂ ਕਰਿਆ ਜਾ ਸਕਦਾ, ਬਿਲਕੁਲ ਗਲਤ। ਅਸੀਂ ਆਪਣੇ ਦੇਸ਼ ਦੇ ਵਿੱਚ ਐਮਰਜੈਂਸੀ ਦੇ ਦੌਰਾਨ ਫੰਡਾਮੈਂਟਲ ਰਾਈਟ ਸਸਪੈਂਡ ਕਰਦੇ ਹਾਂ। ਖਾਸ ਕਰਕੇ ਆਪਣੇ ਕਿਹੜੇ ਫੰਡਾਮੈਂਟਲ ਰਾਈਟ ਦੇ ਉੱਪਰ ਸਭ ਤੋਂ ਜ਼ਿਆਦਾ ਇਫੈਕਟ ਪੈਂਦਾ ਇਸ ਚੀਜ਼ ਦਾ, ਆਰਟੀਕਲ 19। ਆਰਟੀਕਲ 19 ਕੀ ਕਹਿੰਦਾ ਹੈ ਵੀ ਅਸੀਂ ਇਕੱਠੇ ਹੋ ਸਕਦੇ ਹਾਂ, ਅਸੀਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਘੁੰਮ ਸਕਦੇ ਹਾਂ, ਪਰ ਡਿਊਰਿੰਗ ਐਮਰਜੈਂਸੀ ਸਾਨੂੰ ਇਹ ਅਧਿਕਾਰ ਨਹੀਂ ਨਾ ਕਿ ਅਸੀਂ ਇਕੱਠੇ ਹੋ ਜਾਈਏ। ਹੋ ਸਕਦਾ ਅਸੀਂ ਇਕੱਠੇ ਹੋ ਕੇ ਕੋਈ ਗੜਬੜ ਕਰ ਦਈਏ, ਹੋ ਸਕਦਾ ਅਸੀਂ ਕਿਸੇ ਅਜਿਹੇ ਬਾਰਡਰ ਤੇ ਜਾਣ ਦੀ ਗੱਲ ਕਰੀਏ ਇਕੱਠੇ ਹੋ ਕੇ ਜਿੱਥੇ ਵਾਰ ਲੱਗਿਆ ਹੋਇਆ ਹੈਗਾ, ਤਾਂ ਆਰਟੀਕਲ 19 ਡਿਊਰਿੰਗ ਐਮਰਜੈਂਸੀ ਸਸਪੈਂਡ ਹੁੰਦਾ ਹੈ। ਔਰ ਦੋ ਆਰਟੀਕਲ ਕਿਹੜੇ ਨੇ ਜਿਹੜੇ ਐਮਰਜੈਂਸੀ ਦੇ ਦੌਰਾਨ ਕਦੇ ਵੀ ਨਹੀਂ ਖੋਹੇ ਜਾਂਦੇ, ਕਿਹੜੇ ਆਰਟੀਕਲ 20 ਤੇ 21। ਇਹਨਾਂ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ ਹੈਗਾ ਕਿਉਂਕਿ ਆਰਟੀਕਲ 20 ਤੇ 21 ਕੁਝ ਖਾਸ ਪ੍ਰਬੰਧ ਦੇ ਕੇ ਜਾ ਰਹੇ ਨੇ ਜਿਨ੍ਹਾਂ ਨੂੰ ਰਿਲੇਟਡ ਅਸੀਂ ਕਦੇ ਵੀ ਸਸਪੈਂਡ ਨਹੀਂ ਕਰ ਸਕਦੇ, ਜਿਨ੍ਹਾਂ ਦਾ ਐਮਰਜੈਂਸੀ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਠੀਕ ਹੈ, ਪਹਿਲਾ ਕੀ ਹੈ, ਕੈਨ ਨਾਟ ਬੀ ਸਸਪੈਂਡਡ, ਗਲਤ ਹੋ ਗਿਆ, ਕੈਨ ਬੀ ਸਸਪੈਂਡਡ ਬਾय द ਆਰਡਰ ਆਫ ਪ੍ਰਾਈਮ ਮਿਨਿਸਟਰ। ਪ੍ਰਾਈਮ ਮਿਨਿਸਟਰ ਕੋਲੇ ਤਾਂ ਨਾ ਤਾਂ ਐਮਰਜੈਂਸੀ ਲਾਉਣ ਦੀ ਅਧਿਕਾਰ ਹੈ, ਨਾ ਹੀ ਕਿਸੇ ਤਰੀਕੇ ਨਾਲ ਫੰਡਾਮੈਂਟਲ ਰਾਈਟਸ ਦਾ ਅਧਿਕਾਰ ਹੈ। ਤੀਸਰਾ ਆਪਸ਼ਨ, ਕੈਨ ਬੀ ਸਸਪੈਂਡਡ ਔਨ ਦ ਵਿਲ ਆਫ ਦ ਪ੍ਰੈਜ਼ੀਡੈਂਟ, ਬਿਲਕੁਲ ਨਹੀਂ ਜੀ। ਜਦੋਂ ਅਸੀਂ ਰਾਸ਼ਟਰਪਤੀ ਦੀ ਮਰਜ਼ੀ ਦੀ ਗੱਲ ਕਰਦੇ ਹਾਂ, ਰਾਸ਼ਟਰਪਤੀ ਦੀ ਮਰਜ਼ੀ ਕਦੇ ਵੀ ਫੰਡਾਮੈਂਟਲ ਰਾਈਟਸ ਨੂੰ ਸਸਪੈਂਡ ਕਰਨ ਦੇ ਵਿੱਚ ਨਹੀਂ ਹੁੰਦੀ। ਉਦੋਂ ਹੀ ਫੰਡਾਮੈਂਟਲ ਰਾਈਟਸ ਨੂੰ ਸਸਪੈਂਡ ਕਰਿਆ ਜਾਂਦਾ ਹੈ ਜਦੋਂ ਕਿ ਐਮਰਜੈਂਸੀ ਦਾ ਪ੍ਰੋਕਲੇਮੇਸ਼ਨ ਹੋਵੇ। ਸੋ ਐਮਰਜੈਂਸੀ ਦੇ ਦੌਰਾਨ ਅਸੀਂ ਆਪਣੇ ਦੇਸ਼ ਦੇ ਵਿੱਚ ਫੰਡਾਮੈਂਟਲ ਰਾਈਟਸ ਨੂੰ ਮੁਅੱਤਲ ਕਰ ਸਕਦੇ ਹਾਂ, ਖਤਮ ਨਹੀਂ ਕਰ ਸਕਦੇ, ਸਸਪੈਂਡ ਕਰ ਸਕਦੇ ਹਾਂ। ਮਤਲਬ ਜਿੰਨਾ ਟਾਈਮ ਐਮਰਜੈਂਸੀ ਉਹਨਾਂ ਟਾਈਮ ਤੁਹਾਡੇ ਫੰਡਾਮੈਂਟਲ ਰਾਈਟਸ ਸਸਪੈਂਡਡ ਰਹਿਣਗੇ, ਆਫਟਰ ਦੈਟ ਉਹ ਰਿਵਾਈਜ਼ ਹੋ ਕੇ ਦੁਬਾਰਾ ਆ ਜਾਣਗੇ। ਸੋ ਆਪਣਾ ਆਪਸ਼ਨ ਡੀ ਜਿਹੜਾ ਹੈ ਉਹ ਰਾਈਟ ਆਪਸ਼ਨ ਹੈ। ਅਗਲਾ ਕੁਐਸਚਨ ਹੈ, ਅੰਡਰ ਵਿਚ ਆਰਟੀਕਲ ਆਫ ਦ ਕਨਸਟੀਟਿਊਸ਼ਨ ਆਫ ਇੰਡੀਆ ਫੰਡਾਮੈਂਟਲ ਰਾਈਟਸ ਹੈਵ ਬੀਨ ਪ੍ਰੋਵਾਈਡਡ ਟੂ ਦ ਸਿਟੀਜ਼ਨ। ਹੁਣ ਇਹਦੇ ਵਿੱਚ ਆਪਣੇ ਕੋਲੇ ਡਿਫਰੈਂਟ ਆਰਟੀਕਲ ਦਿੱਤੇ ਹੋਏ ਨੇ। ਸਭ ਤੋਂ ਪਹਿਲੀ ਗੱਲ ਤਾਂ ਜਦੋਂ ਅਸੀਂ ਆਪਣੇ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਹਾਂ ਤਾਂ ਫੰਡਾਮੈਂਟਲ ਰਾਈਟਸ ਦਾ ਪਾਰਟ 3 ਹੈ ਔਰ ਜਿਹਦੇ ਵਿੱਚ ਆਰਟੀਕਲ ਆਉਂਦੇ ਨੇ 12 ਤੋਂ 35 ਤੱਕ, ਜਿਹਨੂੰ ਅਸੀਂ ਯੂਐਸਏ ਦੇ ਕਨਸੈਪਟ ਤੋਂ ਕਾਪੀ ਕਰਿਆ ਹੋਇਆ ਹੈਗਾ, ਹਨਾ। ਦੂਸਰਾ ਆਪਸ਼ਨ ਕੀ ਸਮਝਾਇਆ ਸੀ ਵੀ ਜੇ ਯੂਐਸਏ ਆਪਸ਼ਨ ਚ ਨਹੀਂ ਹੈਗਾ ਤਾਂ 1935 ਦੇ ਐਕਟ ਤੋਂ ਵੀ ਇਨਸਪਾਇਰਡ ਹੈਗੇ ਨੇ। ਜੇ 1935 ਐਕਟ ਦਾ ਆਪਸ਼ਨ ਤੋਂ ਨਾਲ ਨਹਿਰੂ ਵਾਲੀ ਆਪਸ਼ਨ ਆ ਗਈ 1928 ਵਾਲੀ ਤਾਂ ਇਹ ਸਭ ਤੋਂ ਓਰੀਜਨਲ ਆਪਸ਼ਨ ਬਣੂਗੀ ਕਿਉਂਕਿ ਨਹਿਰੂ ਨੇ ਹੀ ਡਿਮਾਂਡ ਕਰੀ ਸੀ ਅਬਾਊਟ ਫੰਡਾਮੈਂਟਲ ਰਾਈਟ। ਸੋ ਆਪਣਾ ਆਪਸ਼ਨ ਕਿਹੜਾ ਆ ਗਿਆ, ਬੜਾ ਆਸਾਨ ਜਿਹਾ ਆਪਸ਼ਨ ਹੈ। ਤੁਸੀਂ ਦੇਖੋ ਵੀ 222 ਤੋਂ 235 ਤਾਂ ਅੱਗੇ ਜਾ ਕੇ ਸਟੇਟ ਦੀ ਗੱਲ ਹੋ ਰਹੀ ਆ, ਅੱਗੇ ਜਾ ਕੇ ਸਟੇਟ ਸਟਰਕਚਰ ਦੀ ਗੱਲ ਹੋ ਰਹੀ ਹੈ। ਅਸੀਂ ਸਾਰੇ ਪਾਰਟ ਇੱਕ ਸੀਕੁਐਂਸ ਦੇ ਵਿੱਚ ਪੜ੍ਹਦੇ ਨੇ। ਪਾਰਟ 1 ਆਰਟੀਕਲ 1 ਤੋਂ 4 ਭਾਰਤੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਬਾਰੇ, ਪਾਰਟ 2 ਇੰਡੀਅਨ ਸਿਟੀਜ਼ਨਸ਼ਿਪ ਬਾਰੇ ਆਰਟੀਕਲ 5 ਤੋਂ 11, ਪਾਰਟ 3 ਫੰਡਾਮੈਂਟਲ ਰਾਈਟਸ ਆਰਟੀਕਲ 12 ਤੋਂ 35, ਪਾਰਟ 4 ਡੀਪੀਐਸਪੀ ਆਰਟੀਕਲ 36 ਤੋਂ 51, ਪਾਰਟ 4 ਏ ਫੰਡਾਮੈਂਟਲ ਡਿਊਟੀਜ਼ ਆਰਟੀਕਲ 51A। ਸੋ ਇਹਦਾ ਧਿਆਨ ਰੱਖਣਾ, ਬਹੁਤ ਹੀ ਆਸਾਨ ਸਵਾਲ ਸੀ। ਬੀ ਆਪਸ਼ਨ, ਦ ਰਾਈਟ ਟੂ ਇਕੁਐਲਿਟੀ ਇਜ਼ ਗਿਵਨ ਬਾय, ਜੇ ਅਸੀਂ ਗੱਲ ਕਰੀਏ ਇਕੁਐਲਿਟੀ ਦੀ, ਸਮਾਨਤਾ ਦੀ, ਤਾਂ ਇਹ ਕਿਹੜਾ ਆਰਟੀਕਲ ਸਾਨੂੰ ਇਕੁਐਲਿਟੀ ਪ੍ਰੋਵਾਈਡ ਕਰਦਾ। ਦੇਖੋ ਇਹਦੇ ਵਿੱਚ ਆਰਟੀਕਲ, ਜਦੋਂ ਅਸੀਂ ਗੱਲ ਕਰਦੇ ਹਾਂ ਫੰਡਾਮੈਂਟਲ ਰਾਈਟਸ ਦੀ, 12 ਤੇ 13 ਆਰਟੀਕਲ ਦੇ ਵਿੱਚ ਡੈਫੀਨੇਸ਼ਨਸ ਨੇ, ਜਿਵੇਂ ਅਸੀਂ ਹੁਣੇ ਪੜ੍ਹ ਕੇ ਹਟੇ ਕਿ ਸਾਡੇ ਦੇਸ਼ ਦੇ ਵਿੱਚ ਫੰਡਾਮੈਂਟਲ ਰਾਈਟ ਨੇ, ਜਸਟੀਏਬਲ ਨੇ, ਇਹਨਾਂ ਨੂੰ ਅਸੀਂ ਜੁਡੀਸ਼ੀਅਲ ਰਿਵਿਊ ਦੇ ਹੇਠ ਸੁਪਰੀਮ ਕੋਰਟ ਤੇ ਹਾਈ ਕੋਰਟ ਚ ਲੈ ਕੇ ਜਾ ਸਕਦੇ ਹਾਂ। ਇਹ ਸਾਰੀਆਂ ਚੀਜ਼ਾਂ 13 ਤੇ 12 ਆਰਟੀਕਲ ਚ ਦਿੱਤੀਆਂ ਹੋਈਆਂ ਨੇ, ਹਨਾ। ਤਾਂ ਆਰਟੀਕਲ ਜਿਹੜਾ ਸਾਡਾ ਪਹਿਲਾ ਫੰਡਾਮੈਂਟਲ ਰਾਈਟ ਹੈ ਉਹ ਹੈਗਾ ਸਮਾਨਤਾ ਦਾ ਅਧਿਕਾਰ, ਰਾਈਟ ਟੂ ਇਕੁਐਲਿਟੀ, ਜਿਹਦੇ ਵਿੱਚ ਆਪਣੇ ਆਰਟੀਕਲ ਫੋਲੋ ਕੀਤੇ ਜਾਂਦੇ ਨੇ 14 ਤੋਂ ਲੈ ਕੇ 18 ਤੱਕ। ਸੋ 14 ਵੀ ਇਕੁਐਲਿਟੀ ਦੀ ਗੱਲ ਕਰਦਾ, 14 ਕਿਹੜੀ ਇਕੁਐਲਿਟੀ ਦੀ ਗੱਲ ਕਰਦਾ ਹੈ, ਕਾਨੂੰਨ ਦੇ ਸਾਹਮਣੇ ਸਮਾਨਤਾ, ਇਕੁਐਲਿਟੀ ਬਿਫੋਰ ਲਾਅ, ਉਹਦੀ ਗੱਲ ਕਰ ਰਿਹਾ ਹੈ। ਆਰਟੀਕਲ 15 ਕਿਹਦੀ ਗੱਲ ਕਰਦਾ, 5 ਟਾਈਪ ਦੀਆਂ ਸਮਾਨਤਾਵਾਂ ਦੀ, ਕਿਹੜੀਆਂ-ਕਿਹੜੀਆਂ 5 ਟਾਈਪ ਦੀਆਂ ਸਮਾਨਤਾਵਾਂ,
ਜਨਮ ਦੇ ਆਧਾਰ ਤੇ, ਧਰਮ ਦੇ ਆਧਾਰ ਤੇ, ਨਸਲ ਦੇ ਆਧਾਰ ਤੇ, ਰੰਗ ਦੇ ਆਧਾਰ ਤੇ ਜਾਂ ਲਿੰਗ ਦੇ ਆਧਾਰ ਤੇ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਵਿਅਕਤੀ ਨਾਲ ਭੇਦਭਾਵ ਨਹੀਂ ਕਰਿਆ ਜਾਊਗਾ। ਤਾਂ ਇਹ ਆਰਟੀਕਲ 15 ਹੈ। ਆਰਟੀਕਲ 16 ਕਿਹਦੀ ਗੱਲ ਕਰਦਾ? ਰੁਜ਼ਗਾਰ ਦੇ ਸਮਾਨ ਮੌਕਿਆਂ ਦੀ, ਇਕੁਅਲ ਓਪਰਚੁਨਿਟੀ ਆਫ ਇੰਪਲੋਇਮੈਂਸੀ। 17 ਕਿਹਦੀ ਗੱਲ ਕਰਦਾ? ਅਨਟੱਚੇਬਿਲਿਟੀ ਦੀ। 18 ਕਿਹਦੀ ਗੱਲ ਕਰਦਾ? ਟਾਈਟਲਸ ਨੂੰ ਖਤਮ ਕਰਨ ਦੀ। ਇਹ ਸਾਰੇ ਦੇ ਸਾਰੇ ਆਰਟੀਕਲ ਇਕੁਆਲਿਟੀ ਦੀ ਗੱਲ ਕਰਦੇ ਨੇ। ਸੋ ਦੂਸਰਾ, ਤੀਸਰਾ, ਚੌਥਾ ਮਤਲਬ ਸਾਡਾ ਸੀ ਆਪਸ਼ਨ ਜਿਹੜਾ ਹੈ ਉਹ ਇੱਕ ਰਾਈਟ ਆਪਸ਼ਨ ਬਣਦਾ ਹੈ, ਜਿਹੜਾ ਕਿ ਸਾਰੇ ਬੱਚਿਆਂ ਦਾ ਹੀ ਸਹੀ ਹੈ। ਅਗਲਾ ਪੁਆਇੰਟ ਕਿਹੜਾ ਜੀ ਸਾਡੇ ਕੋਲੇ? ਅੱਜ ਵਾਕਈ ਬੱਚੇ ਘੱਟ ਆਏ ਨੇ ਕਿ ਮਤਲਬ ਨੈਟ ਨੁੱਟ ਦਾ ਇਸ਼ੂ ਆ ਰਿਹਾ ਮੀਂਹ ਕਰਕੇ? ਇਹ ਵੀ ਹੋ ਜਾਂਦਾ ਨਾ ਕਿ ਕਈ ਜਗ੍ਹਾ ਤੇ ਬਾਰਿਸ਼ ਜ਼ਿਆਦਾ ਹੋ ਰਹੀ ਹੈ ਜਿਹਦੇ ਕਰਕੇ ਨੈਟ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਜ਼ਿਆਦਾ ਵੱਧ ਰਹੀ ਹੈਗੀ ਹਨਾ। ਇਹ ਵੀ ਕਾਜ਼ ਹੋ ਸਕਦਾ, ਕਾਰਨ ਹੋ ਸਕਦਾ ਹੈ ਹਨਾ। ਚਲੋ ਜੀ, ਅਗਲਾ ਕੁਐਸਚਨ ਹੈ ਸਾਡੇ ਕੋਲੇ। ਕਹਿੰਦੇ ਵੀ ਭਾਰਤੀ ਸੰਵਿਧਾਨ ਦੀ ਧਾਰਾ 13 ਦਾ ਮੁੱਖ ਉਦੇਸ਼, ਆਰਟੀਕਲ 13 ਨੂੰ ਲੈ ਕੇ ਹੈ। ਧਾਰਾ 13 ਦਾ ਮੁੱਖ ਉਦੇਸ਼ ਕਿਹਨੂੰ ਜਾਂ ਕਿਹੜੇ ਕਨਸੈਪਟ ਦੀ ਸਰਵਉੱਚਤਾ ਨੂੰ ਸੁਰੱਖਿਅਤ ਰੱਖਣਾ? ਹੁਣ ਆਪਾਂ ਨੇ ਇੱਕ ਚੀਜ਼, ਇੱਕ ਪੁਆਇੰਟ ਹੁਣੇ ਡਿਸਕਸ ਕਰਿਆ ਕਿ ਸਾਡੇ ਦੇਸ਼ ਦੇ ਵਿੱਚ ਆਰਟੀਕਲ 13 ਗੱਲ ਕਰਦਾ ਹੈ ਕਿ ਜੁਡੀਸ਼ੀਅਲ ਰਿਵਿਊ ਦੇ ਹੇਠ ਜਦੋਂ ਵੀ ਸਾਨੂੰ ਸਾਡੇ ਦੇਸ਼ ਦੇ ਵਿੱਚ ਫੰਡਾਮੈਂਟਲ ਰਾਈਟਸ ਨਹੀਂ ਮਿਲ ਸਕਦੇ ਤਾਂ ਅਸੀਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ। ਇਹਦਾ ਮਤਲਬ ਆਰਟੀਕਲ 13 ਸਾਡਾ ਜਿਹੜਾ ਹੈ ਉਹ ਕਿਹਦੀ ਗੱਲ ਕਰਦਾ ਹੈਗਾ? ਉਹ ਸਿਕਿਉਰ ਕਰਨ ਦੀ ਗੱਲ ਕਰਦਾ ਹੈ। ਕਿਹਨੂੰ ਸਿਕਿਉਰ ਕਰਨ ਦੀ? ਫੰਡਾਮੈਂਟਲ ਰਾਈਟਸ ਨੂੰ। ਸੋ ਆਪਾਂ ਮੌਲਿਕ ਅਧਿਕਾਰ ਆ ਗਿਆ, ਸਿੰਪਲੀ ਲਾਇਆ ਤਾਂ ਬਸ ਬੜੀ ਸੌਖੀ ਜੀ ਗੱਲ ਸੀ। ਮੌਲਿਕ ਅਧਿਕਾਰ ਦੇ ਰਿਲੇਟਡ ਆਰਟੀਕਲ 13। ਅਗਲਾ ਪੁਆਇੰਟ ਕਿਹੜਾ ਜੀ ਸਾਡੇ ਕੋਲੇ? ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲਸ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਬਿਲੋਂਗਸ ਟੂ ਅ ਡਿਫਰੈਂਟ ਕੈਟੇਗਰੀ। ਹੁਣ ਆਪਣੇ ਕੋਲੇ 4 ਆਰਟੀਕਲ ਦਿੱਤੇ ਗਏ ਨੇ। ਜੇ ਆਪਾਂ ਚਾਰੇ ਆਰਟੀਕਲਸ ਦੀ ਗੱਲ ਕਰੀਏ, ਚਾਰਾਂ ਦੇ ਵਿੱਚ ਇੱਕ ਡਿਫਰੈਂਟ ਕੈਟੇਗਰੀ ਦਾ। ਦੇਖੋ ਆਰਟੀਕਲ 14 ਇਕੁਐਲਿਟੀ ਆ, ਆਰਟੀਕਲ 15 ਵੀ ਇਕੁਐਲਿਟੀ ਹੈ, ਸਮਾਨਤਾ ਹੈ। ਆਰਟੀਕਲ 16 ਵੀ ਇਕੁਐਲਿਟੀ ਹੈ, ਸਮਾਨਤਾ ਹੈ। ਪਰ ਆਰਟੀਕਲ 19 ਜਿਹੜਾ ਗੱਲ ਕਰਦਾ ਹੈ ਇਹ ਲਿਬਰਟੀ ਦੀ ਗੱਲ ਕਰਦਾ, ਸੁਤੰਤਰਤਾ ਦੀ ਗੱਲ ਕਰਦਾ, ਜੋ ਕਿ ਇਹਨਾਂ ਤਿੰਨਾਂ ਦੇ ਨਾਲੋਂ ਵੱਖਰਾ ਹੈ। ਸੋ ਆਪਾਂ ਆਰਟੀਕਲ 19 ਆਪਣਾ ਕੀ ਬਣੂਗਾ? ਆਪਸ਼ਨ ਬਣੂਗਾ। ਆਰਟੀਕਲ 19 ਦੇ ਵਿੱਚ 6 ਟਾਈਪ ਦੀਆਂ ਸੁਤੰਤਰਤਾਵਾਂ ਦਿੱਤੀਆਂ ਗਈਆਂ ਨੇ। ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ, ਦੂਸਰਾ ਮੂਵਮੈਂਟ, ਤੀਸਰਾ ਐਸੋਸੀਏਸ਼ਨ, ਚੌਥਾ ਅਸੈਂਬਲ, ਪੰਜਵਾਂ ਰੈਜ਼ੀਡੈਂਸ। ਤਾਂ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਸੁਤੰਤਰਤਾ ਦੇ ਅਧਿਕਾਰ ਦੇ ਪਹਿਲੇ ਆਰਟੀਕਲ 19 ਚ ਕਿੰਨੇ ਟਾਈਪ ਦੀ ਫਰੀडम ਐਕਸਪਲੇਨ ਕਰੀ ਗਈ ਹੈ? 6 ਟਾਈਪ ਦੀ। ਸਾਰੀਆਂ ਫਰੀडम्स ਤੁਹਾਡੇ ਯਾਦ ਹੋਣੀਆਂ ਚਾਹੀਦੀਆਂ ਨੇ। ਕਈ ਵਾਰੀ ਐਗਜ਼ਾਮੀਨਰ ਇਸ ਤਰੀਕੇ ਦੇ ਸਵਾਲ ਆਪਸ਼ਨ ਦੇ ਨਾਲ ਪੁੱਛਦਾ ਹੈਗਾ। ਅਗਲਾ ਪੁਆਇੰਟ ਹੈ ਜੀ ਸਾਡਾ, ਅਗਲਾ ਪੁਆਇੰਟ ਕੀ ਕਹਿੰਦਾ ਹੈ? In the Indian Constitution, right to freedom is granted by 4 articles which are right to freedom ਸਾਡਾ ਸੈਕੰਡ ਫੰਡਾਮੈਂਟਲ ਰਾਈਟ ਹੈ, ਜਿਹੜੇ ਕਿ 19 ਤੋਂ ਲੈ ਕੇ 22 ਤੱਕ ਐਕਸਪਲੇਨੇਸ਼ਨ ਦੇ ਵਿੱਚ ਆਉਂਦੇ ਨੇ। 19 ਤੋਂ ਲੈ ਕੇ 22 ਤੱਕ ਹਨਾ। ਜੇ ਆਪਾਂ ਗੱਲ ਕਰੀਏ 19 ਨੰਬਰ ਆਰਟੀਕਲ 6 ਟਾਈਪ ਦੀਆਂ ਫਰੀडम्स ਦੀ ਗੱਲ ਕਰਦਾ ਹੈ। ਜਿਹੜਾ ਸਾਡਾ 20 ਨੰਬਰ ਆਰਟੀਕਲ ਸੀ ਇਹ ਅਪਰਾਧੀ ਨੂੰ ਅਪਰਾਧ ਦੇ ਸੰਬੰਧ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਰੱਖਿਆਵਾਂ ਨੇ। ਜਿਹੜਾ ਸਾਡਾ 21 ਨੰਬਰ ਆਰਟੀਕਲ ਹੈ ਇਹ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਹੈ, ਨਿੱਜੀ ਸੁਤੰਤਰਤਾ ਦਾ ਅਧਿਕਾਰ ਹੈ। ਜਿਹੜਾ ਸਾਡਾ ਆਰਟੀਕਲ 22 ਹੈ ਇਹ ਨਜ਼ਰਬੰਦੀ ਨੂੰ ਲੈ ਕੇ ਸੁਰੱਖਿਆ ਦੀ ਗੱਲ ਕਰਦਾ ਹੈ। ਨਜ਼ਰਬੰਦ ਹੋ ਜਾਂਦਾ ਜਦੋਂ ਕੋਈ ਵੀ ਬੰਦਾ, ਤਾਂ ਉਹਨੂੰ ਅਸੀਂ ਕਿੰਨਾ ਟਾਈਮ ਅੰਡਰ ਕਸਟਡੀ ਰੱਖਣਾ ਉਹਨੂੰ ਲੈ ਕੇ ਗੱਲ ਕਰਦਾ ਹੈ। ਸੋ ਸਾਡਾ ਆਰਟੀਕਲ 19 ਤੋਂ 22 ਸੁਤੰਤਰਤਾ ਦੇ ਅਧਿਕਾਰ ਦੀ ਗੱਲ ਕਰਦਾ, ਰਾਈਟ ਟੂ ਫਰੀडम ਦੀ ਗੱਲ ਕਰਦਾ। ਸੋ ਇਹ ਆਪਸ਼ਨ ਇਜ਼ ਦ ਰਾਈਟ ਆਪਸ਼ਨ, ਜਿਹੜਾ ਕਿ ਕਾਫੀ ਬੱਚਿਆਂ ਦਾ ਕਰੈਕਟ ਆ। ਅਗਲਾ ਕੁਐਸਚਨ ਹੈ ਜੀ, ਇਨ ਦ ਇੰਡੀਅਨ ਕਨਸਟੀਟਿਊਸ਼ਨ, ਭਾਰਤੀ ਸੰਵਿਧਾਨ ਦੇ ਵਿੱਚ ਰਾਈਟ ਟੂ ਇਕੁਐਲਿਟੀ ਇਜ਼ ਗ੍ਰਾਂਟਡ ਬਾਈ 5 ਆਰਟੀਕਲਸ। ਰਾਈਟ ਟੂ ਇਕੁਐਲਿਟੀ, ਰਾਈਟ ਟੂ ਇਕੁਐਲਿਟੀ ਮਤਲਬ ਪਹਿਲਾ ਰਾਈਟ। ਆਰਟੀਕਲ ਕਿੰਨੇ ਨੇ? 14 ਤੋਂ ਲੈ ਕੇ, ਆਰਟੀਕਲ ਕਿੰਨੇ ਨੇ? 14 ਤੋਂ ਲੈ ਕੇ 18 ਤੱਕ। ਆਪਾਂ ਪੜ੍ਹ ਕੇ ਹਟਿਆ ਨਾ, ਪਹਿਲਾ ਰਾਈਟ ਕਿਹੜਾ ਹੈਗਾ? ਰਾਈਟ ਟੂ ਇਕੁਐਲਿਟੀ। ਆਪਸ਼ਨ ਆ ਗਿਆ ਗੁਰਪ੍ਰੀਤ, ਮਨਦੀਪ, ਅਮਨਦੀਪ, ਵੀਰਪਾਲ, ਸੰਦੀਪ। ਡੈਫੀਨਿਟਲੀ ਸਭ ਦਾ ਆਪਸ਼ਨ ਸਹੀ ਹੈ, ਦੈਟ ਇਜ਼ 14 ਤੋਂ 18। ਤਾਂ ਜਦੋਂ ਇਹਨਾਂ ਚੀਜ਼ਾਂ ਨੂੰ ਵਾਰੀ-ਵਾਰੀ ਪੜੋਗੇ, ਕਈ ਬੱਚਿਆਂ ਨੂੰ ਲੱਗਦਾ ਜੀ ਸਾਡੇ ਆਰਟੀਕਲਸ ਨਹੀਂ ਯਾਦ ਰਹਿੰਦੇ। ਮੈਨੂੰ ਲੱਗਦਾ ਵੀ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਮਤਲਬ ਤੁਸੀਂ ਯਾਰ ਪ੍ਰੈਕਟਿਸ ਹੀ ਨਹੀਂ ਕਰ ਲਓ, ਸਾਡੇ ਕਿਵੇਂ ਯਾਦ ਨੇ? ਮੈਂ ਘੱਟ ਤੋਂ ਘੱਟ 100 ਤੋਂ 150 ਵਾਰੀ ਪੋਲਿਟੀ ਪੜ੍ਹਾਤੀ। ਮਤਲਬ ਇਹ ਚੀਜ਼ਾਂ ਅੱਜ ਤੋਂ ਪਹਿਲਾਂ ਮੈਂ 100 ਤੋਂ 150 ਵਾਰੀ ਕਰ ਚੁੱਕੀ ਹਾਂ। ਸੋ ਪ੍ਰੈਕਟਿਸ ਨਾਲ ਚੀਜ਼ਾਂ ਆ ਜਾਂਦੀਆਂ ਨੇ, ਪਹਿਲੇ ਦਿਨ ਮੈਨੂੰ ਵੀ ਨਹੀਂ ਆਉਂਦੀਆਂ ਸੀ। ਠੀਕ ਹੈ, ਅਗਲਾ ਪੁਆਇੰਟ ਹੈ ਜੀ, ਅਗਲਾ ਕੁਐਸਚਨ ਹੈ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਇਨਕਲੂਡਡ ਇਨ ਦਾ ਫੰਡਾਮੈਂਟਲ ਰਾਈਟਸ ਟੂ ਇਕੁਐਲਿਟੀ ਐਜ਼ ਇਨਹੈਂਡ ਇਨ ਦਾ ਇੰਡੀਅਨ ਕਨਸਟੀਟਿਊਸ਼ਨ। ਇਹਨਾਂ ਦੇ ਵਿੱਚੋਂ ਕਿਹੜਾ ਸਮਾਨਤਾ ਦੇ ਮੌਲਿਕ ਅਧਿਕਾਰਾਂ ਦੇ ਵਿੱਚ ਸ਼ਾਮਲ ਨਹੀਂ ਹੈ? ਮਤਲਬ ਰਾਈਟ ਟੂ ਇਕੁਐਲਿਟੀ ਦੇ ਵਿੱਚ ਕਿਹਦੀ ਗੱਲ ਨਹੀਂ ਕਹੀ ਗਈ? ਰਾਈਟ ਟੂ ਇਕੁਐਲਿਟੀ ਦੇ ਆਰਟੀਕਲ ਕਿੰਨੇ ਨੇ? 14 ਤੋਂ ਲੈ ਕੇ 18, ਜਿਹਦੇ ਵਿੱਚ ਆਪਣਾ ਇਕੁਐਲਿਟੀ ਬਿਫੋਰ ਲਾਅ ਇਹ ਕਿਹੜੇ ਨੰਬਰ ਆਰਟੀਕਲ ਦੇ ਵਿੱਚ ਹੈ? 15 ਨੰਬਰ, 14 ਨੰਬਰ ਆਰਟੀਕਲ ਦੇ ਵਿੱਚ ਹੈ। ਸੋਸ਼ਲ ਇਕੁਐਲਿਟੀ ਦੀ ਗੱਲ ਕਰੀ ਗਈ, ਇਕੁਅਲ ਓਪਰਚੁਨਿਟੀ ਦੀ ਗੱਲ ਕਰੀ ਗਈ, ਇਕਨੋਮਿਕ ਇਕੁਐਲਿਟੀ ਦੀ ਗੱਲ ਨਹੀਂ ਕਰੀ ਗਈ।
ਕਦੇ ਵੀ ਸਾਨੂੰ ਆਰਥਿਕ ਤੌਰ ਤੇ ਸਮਾਨਤਾ ਦੇਣ ਦੀ ਗੱਲ ਨਹੀਂ ਕਰੀ ਜਾਂਦੀ। ਨਹੀਂ ਤਾਂ ਫਿਰ ਸਾਡੇ ਦੇਸ਼ ਦੇ ਵਿੱਚ ਸਾਰੇ ਲੋਕਾਂ ਕੋਲੇ ਸੇਮ ਪੈਸੇ ਹੋਣੇ ਸੀ। ਮਤਲਬ ਜੇ ਅੰਬਾਨੀਆਂ ਕੋਲੇ ਇੰਨੇ ਨੇ ਤਾਂ ਫਿਰ ਉਹ ਵੰਡ ਕੇ ਸਾਰਿਆਂ ਨੂੰ ਇੱਕੋ ਜਿਹੇ ਕਰ ਦਿੰਦੇ। ਇਕਨੋਮਿਕ ਇਕੁਐਲਿਟੀ ਦਾ ਮਤਲਬ ਇਹ ਹੈਗਾ, ਠੀਕ ਹੈ। ਤਾਂ ਬੇਸਿਕਲੀ ਸਾਡੇ ਕੋਲੇ ਕਿਹੜੀ ਇਕੁਐਲਿਟੀ ਦੀ ਗੱਲ ਨਹੀਂ ਕਰੀ ਗਈ, ਡੀ ਆਪਸ਼ਨ ਵਾਲੀ ਇਕੁਐਲਿਟੀ, ਦੈਟ ਇਜ਼ ਇਕਨੋਮਿਕ ਇਕੁਐਲਿਟੀ ਦੀ ਗੱਲ ਨਹੀਂ ਕਰੀ ਜਾਂਦੀ। ਅਗਲਾ ਪੁਆਇੰਟ ਹੈ ਕਿ ਹੇਠ ਲਿਖਿਆਂ ਵਿੱਚੋਂ ਮਾਲਕ ਅਧਿਕਾਰਾਂ ਦੀ ਕਿਹੜੀ ਵਿਵਸਥਾ ਸਿੱਧੇ ਤੌਰ ਤੇ ਬੱਚਿਆਂ ਦੇ ਸ਼ੋਸ਼ਣ ਦੇ ਨਾਲ ਸੰਬੰਧਿਤ ਹੈ। ਅਸੀਂ ਰਾਈਟ ਅਗੇਂਸਟ ਐਕਸਪਲੋਇਟੇਸ਼ਨ, ਕਿਹੜਾ ਨੰਬਰ ਫੰਡਾਮੈਂਟਲ ਰਾਈਟ ਹੈ ਸਾਡਾ? 3rd ਨੰਬਰ ਹੈ, ਜਿਹਦੇ ਵਿੱਚ ਆਪਾਂ ਨੇ ਆਰਟੀਕਲ ਪੜ੍ਹੇ ਸੀ 23 ਤੇ 24, 2 ਆਰਟੀਕਲ ਪੜ੍ਹੇ ਸੀ ਆਪਾਂ ਨੇ। 23 ਨੰਬਰ ਆਰਟੀਕਲ ਦੇ ਵਿੱਚ ਆਪਾਂ ਗੱਲ ਕਰੀ ਸੀ ਮਨੁੱਖੀ ਅਧਿਕਾਰਾਂ, ਮਤਲਬ ਮਨੁੱਖੀ ਦੇਹ ਦੇ ਵਪਾਰ ਨੂੰ ਲੈ ਕੇ, ਹਨਾ। ਤੇ ਦੂਸਰਾ ਆਪਾਂ 24 ਨੰਬਰ ਦੇ ਵਿੱਚ ਗੱਲ ਕਰੀ ਸੀ ਚਾਈਲਡ ਲੇਬਰ ਨੂੰ ਲੈ ਕੇ, ਹਨਾ, ਕਿ ਬੱਚਿਆਂ ਦਾ ਚਾਈਲਡ ਮਜ਼ਦੂਰੀ ਕਰਾ ਕੇ ਬੱਚਿਆਂ ਦਾ ਇੱਕ ਹਿਸਾਬ ਦਾ ਸ਼ੋਸ਼ਣ ਹੀ ਕਰਿਆ ਜਾਂਦਾ ਹੈਗਾ। ਤਾਂ ਉਹ ਚਾਈਲਡ ਲੇਬਰ ਵਾਲਾ ਆਰਟੀਕਲ ਕਿਹੜਾ ਜੀ? ਸਾਡਾ 24 ਹੈ, ਜਿਹੜਾ ਕਿ ਸਾਡਾ ਡੀ ਆਪਸ਼ਨ ਹੈ ਡੈਫੀਨੇਟਲੀ, ਹਨਾ। 24 ਆਰਟੀਕਲ 23 ਕੀ ਕਹਿ ਰਿਹਾ ਸੀ ਸਾਨੂੰ? ਮਨੁੱਖੀ ਦੇਹ ਦੀ ਤਸਕਰੀ, ਦੇਹ ਦੀ ਤਸਕਰੀ ਅਤੇ ਜ਼ਬਰਦਸਤੀ ਮਜ਼ਦੂਰੀ ਤੇ ਰੋਕ। ਮਤਲਬ ਅਸੀਂ ਕਿਸੇ ਤੋਂ ਧੱਕੇ ਨਾਲ ਕੰਮ ਨਹੀਂ ਕਰਵਾ ਸਕਦੇ, ਹਨਾ। ਸਲੇਵਰੀ ਆ, ਉਹ ਗੁਲਾਮੀ ਆ, ਹਨਾ। ਤਾਂ ਅੰਗਰੇਜ਼ ਖਤਮ ਕਰ ਗਏ ਸਾਡੇ ਦੇਸ਼ ਦੇ ਵਿੱਚੋਂ ਸਲੇਵਰੀ। ਔਰ ਇੱਕ ਹਰ ਭਾਰਤੀ ਦਾ ਇੱਕ ਫੰਡਾਮੈਂਟਲ ਰਾਈਟ ਹੈ ਕਿ ਕੋਈ ਬੰਦਾ ਕਿਸੇ ਵੀ ਭਾਰਤੀ ਤੋਂ ਕਿਸੇ ਵੀ ਸੈਕਟਰ ਦੇ ਵਿੱਚ ਕੰਮ ਨਹੀਂ ਕਰਾ ਸਕਦਾ ਧੱਕੇ ਨਾਲ। ਆਰਟੀਕਲ 19 ਕਿਹਦੀ ਗੱਲ ਕਰਦਾ ਸੀ? 6 ਟਾਈਪ ਦੀਆਂ ਫਰੀडम्स ਦੀ। ਆਰਟੀਕਲ 17 ਕਿਹਦੀ ਗੱਲ ਕਰਦਾ? ਅਨਟੱਚੇਬਿਲਿਟੀ ਦੀ, ਛੂਆ-ਛਾਤ ਨੂੰ ਖਤਮ ਕਰਨ ਦੀ। ਸੋ ਬੱਚਿਆਂ ਦੇ ਸ਼ੋਸ਼ਣ ਦੇ ਨਾਲ ਸੰਬੰਧਿਤ ਆਰਟੀਕਲ 24 ਜਿਹੜਾ ਕਿ ਇੱਕ ਚਾਈਲਡ ਲੇਬਰ ਦੇ ਰੂਪ ਦੇ ਵਿੱਚ ਕੰਮ ਕਰਦਾ ਹੈ ਕਿ ਅਸੀਂ ਚਾਈਲਡ ਲੇਬਰ ਨਹੀਂ ਲੈ ਕੇ ਆਉਣੀ। 14 ਸਾਲ ਤੱਕ ਦੇ ਬੱਚੇ, ਠੀਕ ਹੈ। ਚਾਈਲਡ ਲੇਬਰ ਦੇ ਵਿੱਚ ਲਿਮਿਟ ਕਿੰਨੀ ਮੰਨੀ ਜਾਂਦੀ ਹੈ? 14 ਸਾਲ ਤੱਕ ਦੇ ਬੱਚੇ ਤੋਂ ਅਸੀਂ ਕੋਈ ਕੰਮ ਨਹੀਂ ਕਰਾ ਸਕਦੇ। ਤਾਂ ਹੀ ਤਾਂ ਅਸੀਂ ਇੱਕ ਆਰਟੀਕਲ ਐਡ ਕਰਿਆ ਸੀਗਾ ਕਿ 6 ਤੋਂ 14 ਸਾਲ ਦੇ ਬੱਚੇ ਨੂੰ ਕੰਪਲਸਰੀ ਤੇ ਫ੍ਰੀ ਐਜੂਕੇਸ਼ਨ ਦਿੱਤੀ ਜਾਊਗੀ। 14 ਸਾਲ ਦਾ ਬੱਚਾ 10ਵੀਂ ਕਰ ਲੈਂਦਾ, ਹਨਾ। ਤਾਂ 10ਵੀਂ ਤੱਕ ਦੇ ਬੱਚੇ ਨੂੰ ਜਿਹੜਾ ਹੈ, 14-15 ਸਾਲ ਤੱਕ ਦੇ ਜਿਹੜੇ ਬੱਚੇ ਨੂੰ ਹੈ, ਅਸੀਂ ਕਦੇ ਵੀ ਲੇਬਰ ਫਾਰਮ 'ਚ ਨਹੀਂ ਲੈ ਕੇ ਜਾ ਸਕਦੇ। ਇਹ ਉਸ ਬੱਚੇ ਦੀ ਐਕਸਪਲੋਇਟੇਸ਼ਨ ਹੈ, ਉਸ ਬੱਚੇ ਦਾ ਸ਼ੋਸ਼ਣ ਹੈ। ਅਗਲਾ ਪੁਆਇੰਟ ਹੈ, ਸੰਵਿਧਾਨ ਦੀ ਕਿਹੜੀ ਵਿਵਸਥਾ ਤਹਿਤ ਛੂਆ-ਛਾਤ ਨੂੰ ਖਤਮ ਕਰ ਦਿੱਤਾ ਗਿਆ? ਹਾਂਜੀ, ਪਹਿਲਾਂ ਤੁਸੀਂ ਆਨਸਰ ਕਰਿਆ ਕਰੋ। ਚਲੋ ਆਏ ਮੰਨ ਲੈਂਦੇ, ਤਾਂ ਸਵਾਲ ਹੀ ਬੜੇ ਸੌਖੇ ਨੇ। ਕਰੋ ਜੀ ਅਗਲੇ क्वेश्चन ਦਾ आंसर। छुआ-छात, अनटचेबिलिटी, बिल्कुल बिल्कुल आ गया ऑप्शन, सब दा ऑप्शन सही है, ठीक है जी। आर्टिकल 17 जो कि इक्वालिटी ਦੇ ਅੰਡਰ ਆਉਂਦਾ ਹੈ। ਇਕੁਐਲਿਟੀ ਦੀ ਗੱਲ ਅਸੀਂ ਕਾਫੀ ਪੱਖਾਂ ਤੇ ਕਰੀ, ਜਿਹਦੇ ਵਿੱਚ ਆਰਟੀਕਲ 17 ਕਹਿੰਦਾ ਅਨਟੱਚੇਬਿਲਿਟੀ, ਕਿਸੇ ਨੂੰ ਛੂਹਣ ਨਾਲ, ਹਨਾ, ਛੂਤ ਸ਼ੂਦਰ, ਉਹ ਸਾਰੀਆਂ ਚੀਜ਼ਾਂ ਖਤਮ ਨੇ। ਆਰਟੀਕਲ 14 ਕਿਹਦੀ ਗੱਲ ਕਰਦਾ ਹੈਗਾ? ਇਕੁਐਲਿਟੀ ਬਿਫੋਰ ਲਾਅ ਦੀ। ਆਰਟੀਕਲ 21 ਕਿਹਦੀ ਗੱਲ ਕਰਦਾ ਹੈਗਾ? ਪਰਸਨਲ ਲਿਬਰਟੀ ਦੀ। ਆਰਟੀਕਲ 19 ਕਿਹਦੀ ਗੱਲ ਕਰਦਾ? 6 ਟਾਈਪ ਦੀਆਂ ਫਰੀडम्स ਦੀ। ਤਾਂ ਆਪਾਂ ਇੰਨਾ ਪੜ ਲੈਣੇ ਨੇ ਵਾਰੀ ਵਾਰੀ ਵੀ ਮੈਂ ਤੁਹਾਨੂੰ ਬਦਲਾ ਦੂੰਗੀ ਆਰਟੀਕਲ ਪੜਾ ਕੇ। ਬਦਲਾ ਇਨ ਦਾ ਸੈਂਸ ਵੀ ਤੁਸੀਂ कॉन्फिडेंट हो जाओगे यार, आर्टिकल तो नहीं भूलते, है ना। In which of the following articles of the Indian Constitution the abolition of untouchability has been granted? आर्टिकल 17, ठीक है। रिपीट ही क्वेश्चन हो गया। आर्टिकल 14 इक्वालिटी बिफोर लॉ, कानून के सामने समानता। आर्टिकल 15 5 टाइप दी इक्वालिटी, है ना, जन्म के आधार, जन्म स्थान के आधार ते, लिंग, रेस, रिलीजन, धर्म नहीं है एक चीज, है ना। हाँ जी, धर्म है सच, 5 तरीके की इक्वालिटी। 16 नंबर आर्टिकल की गल करदा सी? टाइटल्स दे अबॉलिशन दी, ठीक है। ये सारे पॉइंट पढ़ने ने। अकॉर्डिंग टू क्वेश्चन साडा आंसर किहड़ा आ जाऊगा? डी ऑप्शन आ जाऊगा। अगला सवाल है जी, भारत के संविधान का किहड़ा आर्टिकल प्रेस की आजादी के नाल संबंधित है? हाँ जी, प्रेस की आजादी। इहदा आंसर दो जी सानू जल्दी जल्दी। प्रेस की आजादी रिलेटेड किहड़ा है? बिल्कुल बिल्कुल, प्रेस की आजादी रिलेटेड किहड़ा है? मैं तुहानू खास तौर पर दस्सिया सी, ਇਹ ਮੈਂ ਤੁਹਾਨੂੰ ਖਾਸ ਤੌਰ ਤੇ ਦੱਸਿਆ ਸੀ ਕਿ ਪ੍ਰੈਸ ਦੀ ਆਜ਼ਾਦੀ ਰਿਲੇਟਡ ਕਿਹੜਾ ਹੈਗਾ। ਆ ਗਿਆ ਆਨਸਰ? ਆਰਟੀਕਲ 19 ਕਿਹਦੀ ਗੱਲ ਕਰਦਾ ਹੈ? ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਦੀ। ਆਰਟੀਕਲ 19 ਕਿਹਦੀ ਗੱਲ ਕਰਦਾ ਹੈ? ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਦੀ। ਇਹਦੇ ਅੰਡਰ ਹੀ
ਅਸੀਂ ਆਪਣੇ ਦੇਸ਼ ਦੇ ਵਿੱਚ ਕਿਹਦੀ ਗੱਲ ਕਰਦੇ ਹਾਂ? ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਸਾਡਾ ਮੀਡੀਆ, ਸਾਡੇ ਅਖਬਾਰ, ਉਹਨਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ। ਠੀਕ ਹੈ, ਤਾਂ ਇਹ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇੰਪੋਰਟੈਂਟ ਹੈ। ਆਰਟੀਕਲ 20 ਕਿਹਦੀ ਗੱਲ ਕਰਦਾ ਹੈ? ਅਪਰਾਧੀ ਨੂੰ ਅਪਰਾਧ ਦੇ ਸੰਬੰਧ ਵਿੱਚ ਦਿੱਤੀਆਂ ਜਾਣ ਵਾਲੀਆਂ ਸੁਰੱਖਿਆਵਾਂ। ਆਰਟੀਕਲ 21 ਕਿਹਦੀ ਗੱਲ ਕਰਦਾ ਹੈ? ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ। ਆਰਟੀਕਲ 22 ਕਿਹਦੀ ਗੱਲ ਕਰਦਾ ਹੈ? ਨਜ਼ਰਬੰਦ ਹੋਣ ਤੋਂ ਸੁਰੱਖਿਆ ਦੀ ਗੱਲ ਕਰਦਾ ਹੈਗਾ। ਤਾਂ ਇਹ ਵੀ ਪੁਆਇੰਟ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਅਗਲਾ ਸਵਾਲ, ਸੰਵਿਧਾਨ ਦੀ ਕਿਹੜੀ ਧਾਰਾ ਪ੍ਰੈਸ ਦੀ ਆਜ਼ਾਦੀ ਨੂੰ ਮਤਲਬ ਯਕੀਨੀ ਬਣਾਉਂਦੀ ਹੈ? ਲਓ ਜੀ, ਆਰਟੀਕਲ 19। ਇਹ ਪਤਾ ਨਹੀਂ ਰਿਪੀਟ ਕਿਉਂ ਪਾਏ ਪਏ ਨੇ ਕੁਐਸਚਨ, 2-3 ਕੁਐਸਚਨ ਰਿਪੀਟ ਨੇ। ਚਲੋ ਬਾਏ ਦਾ ਵੇ, ਆਰਟੀਕਲ 19। ਆਰਟੀਕਲ 16 ਕਿਹਦੀ ਗੱਲ ਕਰਦਾ ਹੈਗਾ? ਆਰਟੀਕਲ 16 ਰੁਜ਼ਗਾਰ ਦੇ ਸਮਾਨ ਮੌਕਿਆਂ ਦੀ ਗੱਲ ਕਰਦਾ ਹੈਗਾ। ਆਰਟੀਕਲ 22 ਅਗੇਨ ਨਜ਼ਰਬੰਦੀ ਤੋਂ ਸੁਰੱਖਿਆ ਕਰਦਾ। ਆਰਟੀਕਲ 31 ਨਿਕਲ ਹੀ ਚੁੱਕਿਆ, ਰਾਈਟ ਟੂ ਪ੍ਰਾਪਰਟੀ, ਸੋ ਇਹ ਤਾਂ ਗਿਆ। ਅਗਲਾ ਪੁਆਇੰਟ ਹੈ ਜੀ ਸਾਡਾ, ਇੰਡੀਅਨ ਕੌਨਸਟੀਟਿਊਸ਼ਨ ਡਜ਼ ਨਾਟ ਗਿਵ ਰਾਈਟ ਟੂ ਫਰੀडम ਆਫ ਦਾ ਪ੍ਰੈਸ ਬਟ ਇਟ ਇਜ਼ ਇਨਕਲੂਡਡ ਇਨ। ਮਤਲਬ ਡਾਇਰੈਕਟ ਤੌਰ ਤੇ ਭਾਰਤੀ ਸੰਵਿਧਾਨ ਕਦੇ ਵੀ ਪ੍ਰੈਸ ਦੀ ਆਜ਼ਾਦੀ ਦੀ ਗੱਲ ਨਹੀਂ ਕਰਦਾ, ਪਰ ਇਹਨੂੰ ਕਿਹਦੇ ਅੰਡਰ ਡਿਫਾਈਨ ਕਰਿਆ ਗਿਆ ਹੈ? ਆਰਟੀਕਲ 19(1)A। ਇਹ ਆਪਾਂ ਇਸੇ ਤਰੀਕੇ ਦੇ ਨਾਲ ਪੜਿਆ ਸੀ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਸਾਡਾ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਹੈ, ਜਿਹੜਾ ਸਾਡਾ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਹੈ, ਇਹ ਕਿਹਦੀ ਗੱਲ ਕਰਦਾ ਹੈ? ਇਹ ਆਟੋਮੈਟਿਕਲੀ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦਾ ਹੈ। ਸੋ ਆਰਟੀਕਲ ਬਿਲਕੁਲ ਜੀ 19(1)A ਕਲੌਜ਼ ਇਸ ਤਰੀਕੇ ਦੇ ਪ੍ਰੋਵੀਜ਼ਨ ਦੀ ਗੱਲ ਕਰਦਾ ਹੈਗਾ। 1B ਮੂਵਮੈਂਟ, ਫਿਰ ਉਸ ਤੋਂ ਬਾਅਦ ਅਗਲੇ ਵੀ ਆਪਾਂ ਨੇ ਸੀਕੁਐਂਸ ਵਾਈਜ਼ ਕਰੇ ਨੇ, ਇਹਨਾਂ ਨੂੰ ਧਿਆਨ ਚ ਰੱਖਣਾ ਹੈਗਾ। ਅਗਲਾ ਪੁਆਇੰਟ ਹੈ, ਵਿਚ ਆਰਟੀਕਲ ਆਫ ਦਾ ਇੰਡੀਅਨ ਗਵਰਨਮੈਂਟ ਪ੍ਰੋਟੈਕਟ ਪਰਸਨਸ ਰਾਈਟ ਟੂ ਟਰੈਵਲ ਅਬਰੋਡ। ਆ ਦੱਸੋ ਜੀ, ਇਹ ਕੁਐਸਚਨ ਨਾ ਕਿਸੇ ਪੇਪਰ ਦੇ ਵਿੱਚ ਪੁੱਛਿਆ ਗਿਆ ਹੈ, ਔਰ ਬੱਚੇ ਕਹਿੰਦੇ ਵੀ ਜੀ ਬਾਹਰ ਜਾਣ ਦੀ ਆਜ਼ਾਦੀ ਤਾਂ ਅਸੀਂ ਕਿਸੇ ਜਗ੍ਹਾ ਤੇ ਡਿਸਕਸ ਹੀ ਨਹੀਂ ਕਰੀ ਹੈਗੀ। ਜਲਦੀ ਜਲਦੀ ਮੈਨੂੰ 17ਵੇਂ ਕੁਐਸਚਨ ਦਾ ਆਨਸਰ ਕਰੋ, ਜਲਦੀ ਤੋਂ ਜਲਦੀ। ਲਓ ਜੀ, ਮਿਕਸ ਜਾ ਆਨਸਰ ਆ ਰਿਹਾ ਸਾਰੇ ਬੱਚਿਆਂ ਦਾ, ਮਿਕਸ ਜਾ। ਅੱਧੇ 19 ਚ ਕਨਫਿਊਜ਼ ਹੋ ਰਹੇ ਨੇ, ਅੱਧੇ 21 ਚ ਕਨਫਿਊਜ਼ ਹੋ ਰਹੇ ਨੇ, ਹਨਾ। ਅੱਧਿਆਂ ਦੇ ਇਹਨਾਂ ਚੋਂ ਕੋਈ ਨਹੀਂ, ਅੱਛਾ ਡੀ ਆਪਸ਼ਨ ਵੀ ਹੈਗਾ। ਅੱਧੇ ਨਨ ਆਫ ਦਾ ਵਰਬ ਚੋਂ ਕਨਫਿਊਜ਼ ਹੋ ਰਹੇ ਨੇ। ਆ ਜਾਓ ਜੀ, ਅਸੀਂ ਗੱਲ ਕਰੀ, ਇਹਦਾ ਆਨਸਰ 19 ਬਿਲਕੁਲ ਨਹੀਂ ਹੋਊਗਾ। ਅਸੀਂ ਜਦੋਂ 19 ਦੇ ਵਿੱਚ ਮੂਵਮੈਂਟ ਦੀ ਗੱਲ ਕਰਦੇ ਹਾਂ, ਇੱਧਰ ਉਧਰ ਆਉਣ ਜਾਣ ਦੀ ਗੱਲ ਕਰਦੇ ਹਾਂ, ਤੁਸੀਂ ਭਾਰਤ ਦੇ ਕਿਸੇ ਵੀ ਹਿੱਸੇ ਚ ਆਉਣ ਜਾਣ ਦੀ ਗੱਲ ਕਰਦੇ ਆ, ਨਾ ਕਿ ਅਬਰੋਡ ਜਾਣ ਦੀ ਗੱਲ ਕਰਦੇ ਆ। ਹੁਣ ਤੁਸੀਂ ਐਂ ਕਿਵੇਂ ਆਪਦੀ ਮਰਜ਼ੀ ਨਾਲ ਅਬਰੋਡ ਜਾਓਗੇ? ਮਤਲਬ ਅਬਰੋਡ ਜਾਣਾ ਤੁਹਾਡਾ ਫੰਡਾਮੈਂਟਲ ਰਾਈਟ ਹੋ ਗਿਆ, ਵੀ ਜੇ ਤੁਸੀਂ ਕੱਲ ਨੂੰ ਅਮਰੀਕਾ ਜਾਣਾ ਤੇ ਤੁਸੀਂ ਕਹੋਗੇ ਸਾਡਾ ਫੰਡਾਮੈਂਟਲ ਰਾਈਟ ਹੈ, ਵਿਦਆਊਟ ਫਾਰਮੈਲਿਟੀਜ਼ ਅਸੀਂ ਅਬਰੋਡ ਨਹੀਂ ਨਾ ਜਾ ਸਕਦੇ। ਸੋ ਇਹ ਸਾਡਾ ਫੰਡਾਮੈਂਟਲ ਰਾਈਟ ਕਿਵੇਂ ਹੋ ਗਿਆ? ਠੀਕ ਹੈ, ਤਾਂ 19 ਦੇ ਅੰਡਰ ਬਿਲਕੁਲ ਵੀ ਨਹੀਂ। 19 ਦਾ ਮਤਲਬ ਹੈ ਵੀ ਤੁਸੀਂ ਜਾਣਾ ਹੀ ਜਾਣਾ, ਪੱਕਾ ਹੀ ਹੈ। ਠੀਕ ਹੈ, ਅਬਰੋਡ ਜਾ ਸਕਦੇ ਹੋ, ਵਿਦੇਸ਼ ਯਾਤਰਾ। ਜੇ ਆਪਾਂ ਗੱਲ ਕਰੀਏ ਤੇ ਇਹਦਾ ਆਰਟੀਕਲ ਕਿੰਨਾ ਹੈ? 21 ਆਰਟੀਕਲ ਕਰਦਾ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ, ਨਿੱਜੀ ਆਜ਼ਾਦੀ। ਜੇ ਤੁਸੀਂ ਆਪਣੇ ਦੇਸ਼ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ, ਬਾਹਰ ਜਾਣਾ ਚਾਹੁੰਦੇ ਹੋ, ਇਹ ਤੁਹਾਡੀ ਪਰਸਨਲ ਲਿਬਰਟੀ ਆ, ਪਰਸਨਲ ਚੋਇਸ ਹੈ। ਸੋ ਆਰਟੀਕਲ ਨਨ ਆਫ ਦਾ ਵਰਬ ਵੀ ਲਿਖੀ ਜਾਂਦੇ, ਨਨ ਆਫ ਦਾ ਵਰਬ ਕਿਵੇਂ ਆ ਜਾਊਗਾ? ਠੀਕ ਹੈ, ਸੋ ਆਰਟੀਕਲ 21 ਇੱਕ ਕੇਸ ਹੋਇਆ ਸੀ, ਸੀਗਾ ਜਿਹਦੇ ਵਿੱਚ ਕਿਹਾ ਗਿਆ ਕਿ ਅਬਰੋਡ ਜਾਣਾ ਵੀ ਇੱਕ ਫੰਡਾਮੈਂਟਲ ਰਾਈਟ ਹੈ ਅੰਡਰ ਆਰਟੀਕਲ 21। ਠੀਕ ਹੈ, ਇਹਨੂੰ ਧਿਆਨ ਦੇ ਨਾਲ ਦੇਖਣਾ। ਅੰਡਰ ਆਰਟੀਕਲ 21 ਜੇ ਕੋਈ ਬੰਦਾ ਚਾਹੇ ਤਾਂ ਉਹ ਅਬਰੋਡ ਜਾ ਸਕਦਾ ਹੈਗਾ। ਇਹਦੇ ਵਿੱਚ ਕੋਈ ਮੁੱਦੇ ਵਾਲੀ ਗੱਲ ਨਹੀਂ ਹੈਗੀ ਗੀ, ਬੰਦਾ ਘੁੰਮ ਫਿਰਨ ਜਾਂਦਾ ਹੈਗਾ, ਇਹ ਚ ਕੋਈ ਮੁੱਦੇ ਵਾਲੀ ਗੱਲ ਨਹੀਂ ਹੈਗੀ ਗੀ। ਠੀਕ ਹੈ, ਪਰ ਫਾਰਮੈਲਿਟੀਜ਼ ਤੋਂ ਬਾਅਦ ਐ ਨਹੀਂ ਹੈਗਾ ਵੀ ਮਤਲਬ ਸਾਡਾ ਫੰਡਾਮੈਂਟਲ ਰਾਈਟ ਹੋ ਗਿਆ ਤੇ ਅਸੀਂ ਕੱਲ ਨੂੰ ਝੋਲਾ ਚੱਕਿਆ ਤੇ ਅਮਰੀਕਾ ਜਾਣਾ, ਉਹ ਕੰਮ ਨਹੀਂ ਆ। ਹਾਂਜੀ, ਅਗਲਾ ਪੁਆਇੰਟ ਕੀ ਹੈ? ਡਨ ਹੋ ਗਿਆ ਸਭ ਦਾ? ਹਾਂ, ਹੁਣ ਸਰ ਕੋਈ ਚੱਕਰ ਨਹੀਂ, ਮਤਲਬ ਬੰਦਾ, ਮੈਂ ਤੁਹਾਨੂੰ ਕਿਹਾ ਵੀ ਅਸੀਂ ਐਮਸੀਕਿਊਜ਼ ਦੇ ਵਿੱਚੋਂ ਜ਼ਿਆਦਾ ਸਿੱਖਦੇ ਹਾਂ। ਇਹਦੇ ਪਿੱਛੇ ਇੱਕ ਬਹੁਤ ਲੌਜੀਕਲ ਚੀਜ਼ ਆ, ਕਿਉਂਕਿ ਕਨਸੈਪਟ ਜਸਟ ਤੁਹਾਨੂੰ ਸਮਝਾਉਣ ਵਾਸਤੇ ਹੁੰਦਾ ਕਿ ਆਹ ਇਹ ਚੀਜ਼ ਹੈ ਜੀ, ਉਹ ਉਵੇਂ ਚੀਜ਼ ਹੈ। ਬਟ ਐਮਸੀਕਿਊਜ਼ ਅਸਲੀ ਭੇਦ ਖੋਲਦੇ ਨੇ ਵੀ ਕਿਸੇ ਨੂੰ ਕਿੰਨਾ ਕੁ ਕਮਾਂਡ ਜਿਹੜੀ ਹੈਗੀ ਆ ਉਹ ਆ ਰਹੀ ਹੈ, ਹਨਾ। ਤਾਂ ਇਹ ਪੁਆਇੰਟ ਇੰਪੋਰਟੈਂਟ ਹੁੰਦੇ ਨੇ, ਡੋਂਟ ਵਰੀ, ਕਰ ਕਰਕੇ ਸਿੱਖ ਲਾਂਗੇ। ਅੰਡਰ ਵਿਚ ਆਰਟੀਕਲ ਆਫ ਦ ਇੰਡੀਅਨ ਕਨਸਟੀਟਿਊਸ਼ਨ ਵੇਅਰਿੰਗ ਆਫ ਕਿਰਪਾਨ। ਆਹ ਕੁਐਸਚਨ ਨਾ 3 ਵਾਰੀ ਰਿਪੀਟ ਆਇਆ ਪੰਜਾਬ ਦੇ ਪਹਿਲੇ ਪੇਪਰਾਂ ਦੇ ਵਿੱਚ। ਕਿਰਪਾਨ ਪਾਉਣ ਵਾਲੀ ਆਜ਼ਾਦੀ, ਮਤਲਬ ਇਹਦਾ ਡੈਫੀਨੇਟਲੀ ਸੰਬੰਧ ਰਾਈਟ ਟੂ ਫਰੀडम ਆਫ ਰਿਲੀਜਨ ਦੇ ਨਾਲ ਹੋਣਾ ਹੈਗਾ, ਹਨਾ, ਧਾਰਮਿਕ ਸੁਤੰਤਰਤਾ ਦੇ ਨਾਲ ਹੋਣਾ ਹੈਗਾ, ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਸਿੱਖ ਨੂੰ ਕਿਰਪਾਨ ਪਾਉਣ ਦਾ ਅਧਿਕਾਰ ਹੈ। ਦੈਟ ਇਜ਼ ਆਰਟੀਕਲ 24। ਇਹ ਪੁਆਇੰਟ ਧਿਆਨ ਚ ਰੱਖਣਾ ਹੈ, ਹਨਾ। ਵੈਸੇ ਤਾਂ ਸਾਰੇ ਆਰਟੀਕਲ, ਹਾਂਜੀ ਸੌਰੀ, ਆਰਟੀਕਲ 25, ਆਰਟੀਕਲ 25। ਠੀਕ ਹੈ, ਹੁਣ ਆਪਾਂ ਨੇ ਧਾਰਮਿਕ ਸੁਤੰਤਰਤਾ ਦੀ ਗੱਲ ਕਰੀ ਸੀ ਆਰਟੀਕਲ 25 ਤੋਂ ਲੈ ਕੇ 28 ਤੱਕ। ਪਰ ਜਿਹੜੀ ਆਪਣੀ ਕਿਰਪਾਨ ਪਾਉਣ ਵਾਲੀ, ਕਿ ਅਸੀਂ ਆਪਣੇ ਧਰਮ ਦੇ ਰਿਲੇਟਡ ਕੋਈ ਵੀ ਚੀਜ਼ ਆਪਦੀ ਮਰਜ਼ੀ ਨਾਲ
ਪ੍ਰੈਕਟਿਸ ਦੇ ਥਰੂ ਫੋਲੋ ਕਰ ਸਕਦੇ ਹਾਂ, ਦੈਟ ਇਜ਼ ਆਰਟੀਕਲ 25। ਠੀਕ ਹੈ, ਫਿਰ ਇੱਕ ਟੈਕਸ ਦਾ ਸੀ, ਫਿਰ ਇੱਕ ਆਪਣੇ ਕੰਮਾਂ ਵਾਸਤੇ ਸੀ, ਇੱਕ ਧਾਰਮਿਕ ਸੰਸਥਾ ਖੋਲਣ ਵਾਸਤੇ ਸੀ। ਤਾਂ ਕਿਰਪਾਨ ਪਾਉਣ ਵਾਲਾ ਆਰਟੀਕਲ 25 ਹੈ। ਉਸ ਤੋਂ ਬਾਅਦ ਅਗਲਾ ਪੁਆਇੰਟ ਹੈ, ਵਿਚ ਆਫ ਦਾ ਫੋਲੋਇੰਗ ਰਾਈਟਸ ਕੈਨ ਬੀ ਇਨਫੋਰਸਡ ਅੰਡਰ ਦਾ ਆਰਟੀਕਲ 32 ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਕਿ ਹੇਠ ਲਿਖੇ ਕਿਹੜੇ ਅਧਿਕਾਰਾਂ ਵਿੱਚੋਂ ਜਾਂ ਭਾਰਤੀ ਸੰਵਿਧਾਨ ਦੇ ਅਨੁਛੇਦ 32 ਦੇ ਤਹਿਤ ਹੇਠ ਦਿੱਤੇ ਅਧਿਕਾਰਾਂ ਵਿੱਚੋਂ ਕਿਹੜਾ ਅਧਿਕਾਰ ਲਾਗੂ ਕੀਤਾ ਜਾ ਸਕਦਾ ਹੈ। ਹੁਣ ਆਰਟੀਕਲ 32 ਕੀ ਕਹਿੰਦਾ ਹੈ? ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਜਿਹਨੂੰ ਵਰਤ ਕੇ ਅਸੀਂ ਡਾਇਰੈਕਟਲੀ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਹਾਂ। ਕਿਉਂ ਜਾਂਦੇ ਹਾਂ? ਜੇਕਰ ਸਾਨੂੰ ਸਾਡੇ ਫੰਡਾਮੈਂਟਲ ਰਾਈਟ ਨਹੀਂ, ਰਾਈਟਸ ਵਾਸਤੇ ਜਿਹੜਾ ਆਰਟੀਕਲ 32 ਆ ਸਿਕਿਉਰ ਕਰਿਆ ਗਿਆ ਹੈ, ਨਾ ਤਾਂ ਸਾਡੇ ਕਨਸਟੀਟਿਊਸ਼ਨਲ ਤੇ ਸਟੈਟੂਟਰੀ ਰਾਈਟ ਦੀ ਤਾਂ ਗੱਲ ਹੀ ਨਹੀਂ ਕਰੀਗੀ। ਜਦੋਂ ਇਹਨਾਂ ਨੂੰ ਆਪਾਂ ਹਾਸਲ ਕਰਨ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ, ਇਹਨਾਂ ਦੇ ਤਾਂ ਜ਼ਿਕਰ ਹੀ ਨਹੀਂ ਆਉਂਦਾ, ਇਹਨਾਂ ਦੀ ਤਾਂ ਗੱਲ ਹੀ ਨਹੀਂ ਹੁੰਦੀਗੀ। ਤਾਂ ਕਰਕੇ ਆਪਣਾ ਜਿਹੜਾ ਸਹੀ ਆਪਸ਼ਨ ਹੈ ਉਹ ਕਿਹੜਾ ਬਣੂਗਾ? ਫੰਡਾਮੈਂਟਲ ਰਾਈਟਸ। ਹਾਂਜੀ, ਅੰਡਰ ਦਾ ਇੰਡੀਅਨ ਕਨਸਟੀਟਿਊਸ਼ਨ ਹੂ ਇਜ਼ ਦਾ ਗਾਰਡੀਅਨ ਆਫ ਦਾ ਫੰਡਾਮੈਂਟਲ ਰਾਈਟ। ਗਾਰਡੀਅਨ ਮਤਲਬ ਜਿਹੜਾ ਦੇਖ ਰੇਖ ਕਰਦਾ ਹੈ। ਕੌਣ ਦੇਖ ਰੇਖ ਕਰਦਾ? ਡੈਫੀਨਿਟਲੀ ਸਾਡੀ ਸੁਪਰੀਮ ਕੋਰਟ। ਜਦੋਂ ਜਦੋਂ ਸਾਡੇ ਸਾਨੂੰ ਕੋਈ ਪ੍ਰੋਬਲਮ ਹੋਵੇ, ਅਸੀਂ ਕਿਹਦੇ ਕੋਲੇ ਜਾਂਦੇ ਆ? ਜਿਹੜਾ ਸਾਡੀ ਦੇਖਭਾਲ ਕਰ ਰਿਹਾ, ਇੱਕ ਜਵਾਕ ਹੈ ਹਨਾ, ਉਹਦੇ ਕਿਸੇ ਨੇ ਮਾਰਿਆ, ਆਪਦੇ ਮੰਮੀ ਡੈਡੀ ਕੋਲੇ ਆਊਗਾ। ਜੇ ਕਿਸੇ ਨੂੰ ਫੰਡਾਮੈਂਟਲ ਰਾਈਟ ਨਹੀਂ ਮਿਲਦੇ ਤਾਂ ਮੰਮੀ ਡੈਡੀ ਕੌਣ ਬੈਠਾ ਹੈ? ਸੁਪਰੀਮ ਕੋਰਟ ਬੈਠੀ ਆ। ਪ੍ਰੈਜ਼ੀਡੈਂਟ ਤਾਂ ਬੰਦਾ ਹੈ, ਇਹ ਤਾਂ ਰਾਸ਼ਟਰਪਤੀ ਹੈ। ਇਹਦਾ ਤਾਂ ਹੋ ਸਕਦਾ ਰਾਸ਼ਟਰਪਤੀ ਨੇ ਕੋਈ ਬਿੱਲ ਬਣਾਇਆ ਹੋਵੇ ਜਿਹਦੇ ਕਰਕੇ ਫੰਡਾਮੈਂਟਲ ਰਾਈਟਸ ਖੋਰੇ ਹੋਣ। ਠੀਕ ਹੈ, ਨਾ ਪਾਰਲੀਮੈਂਟ ਜਾ ਸਕਦੇ ਆ, ਨਾ ਰਾਸ਼ਟਰਪਤੀ, ਨਾ ਕੈਬਨਿਟ। ਤਾਂ ਡੈਫੀਨਿਟਲੀ ਸੁਪਰੀਮ ਕੋਰਟ ਬਾਈ ਯੂਜ਼ਿੰਗ ਆਰਟੀਕਲ 32 ਔਰ ਡੈਫੀਨਿਟਲੀ ਹਾਈ ਕੋਰਟ ਫॉर ਆਰਟੀਕਲ 226। मतलब आ तो ਤੁਹਾਨੂੰ ਰੱਟ ਗਈਆਂ ਹੋਣੀਆਂ ਚੀਜ਼ਾਂ। ਅਗਲਾ ਸਵਾਲ ਹੈ ਜੀ, which one of the following right heart and soul of Indian constitution। ਠੀਕ ਹੈ, ਹੁਣ ਤੁਸੀਂ ਦੇਖੋ, ਮੈਨੂੰ ਨਾ ਆਹ ਸਵਾਲ ਤੁਹਾਡੇ ਕਈ ਸਵਾਲਾਂ ਦਾ ਜਵਾਬ ਹੈ। ਮੈਨੂੰ ਕਈ ਬੱਚਿਆਂ ਨੇ ਉਸ ਦਿਨ ਕਲਾਸ ਦੇ ਵਿੱਚ ਪੁੱਛਿਆ ਸੀ ਕਿ ਜਦੋਂ ਜੀ ਸੋਲ ਆਫ ਇੰਡੀਅਨ ਕਨਸਟੀਟਿਊਸ਼ਨ ਪੁੱਛਿਆ ਜਾਊਗਾ ਤਾਂ ਅਸੀਂ ਪ੍ਰੈਂਬਲ ਆਪਸ਼ਨ ਲਾਵਾਂਗੇ ਕਿ ਅਸੀਂ ਜਿਹੜਾ ਸਾਡਾ ਕਨਸਟੀਟਿਊਸ਼ਨਲ ਰੈਮੇਡੀਜ਼ ਉਹ ਆਪਸ਼ਨ ਲਾਵਾਂਗੇ। ਹੁਣ ਇਹ ਚ ਪ੍ਰੈਂਬਲ ਹੈ ਹੀ ਨਹੀਂ, ਤਾਂ ਡੈਫੀਨਿਟਲੀ ਆਪਣਾ ਆਨਸਰ ਕਿਹੜਾ ਆਊਗਾ? ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼। ਤਾਂ ਹੀ ਆਪਣਾ ਇੱਕ ਫਾਈਨਲ ਆਨਸਰ ਆ ਗਿਆ ਨਾ। ਤਾਂ ਦੋ ਚੀਜ਼ਾਂ ਨੂੰ ਸੋਲ ਆਫ ਇੰਡੀਅਨ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ, ਪ੍ਰਸਤਾਵਨਾ ਨੂੰ ਵੀ ਔਰ ਨਾਲ ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਨੂੰ ਵੀ। ਇਟ ਟੋਟਲੀ ਡਿਪੈਂਡਸ ਔਨ ਦਾ ਆਪਸ਼ਨ ਕਿ ਆਪਸ਼ਨ ਕੀ ਜਾ ਰਿਹਾ ਹੈਗਾ। ਠੀਕ ਹੈ, ਇਹ ਪੁਆਇੰਟ ਧਿਆਨ ਚ ਰੱਖਣਾ। ਅੱਛਾ, ਇੱਕ ਕੱਲ ਵਾਲਾ ਆਰਟੀਕਲ 43 ਤੇ 46 ਕਲੈਰੀਫਾਈ ਹੋ ਗਿਆ। ਕਿਸੇ ਬੱਚੇ ਨੇ ਸਕਰੀਨਸ਼ਾਟ ਹੀ ਭੇਜਤਾ ਸੀ ਤੇ ਉਹ ਸਕਰੀਨਸ਼ਾਟ ਸਾਰਿਆਂ ਨੇ ਦੇਖ ਵੀ ਲਿਆ ਸੀ। ਆਰਟੀਕਲ 43 ਤੇ 46 ਨੂੰ ਕਲੈਰੀਫਾਈ ਕਰ ਦਿੱਤਾ ਗਿਆ ਸੀ। ਫਿਰ ਵੀ ਡਾਊਟ ਹੋਇਆ ਮੈਨੂੰ ਦੁਬਾਰਾ ਮੈਸੇਜ ਕਰ ਦਿਓ, ਕਿਉਂਕਿ ਉਦੋਂ ਬਾਅਦ ਮੈਂ ਸੋਚਿਆ ਵੀ ਇਹਨਾਂ ਦਾ ਕਲੈਰੀਫਾਈ ਹੋ ਗਿਆ, ਤੁਸੀਂ ਵੀ ਟਿਕ ਜੇ ਗਏ ਸੀ। ਅਗਲਾ ਪੁਆਇੰਟ ਹੈ, ਹੋ ਗਿਆ ਸੀ ਨਾ? ਹਾਂ, ਉਹ ਇੱਥੇ ਹੋ ਗਿਆ ਸੀ ਅਸਲ ਦੇ ਵਿੱਚ, ਪਤਾ ਨਹੀਂ ਕਈ ਬੱਚੇ ਵੈਸੇ ਹੀ ਕਨਫਿਊਜ਼ ਹੋ ਗਏ। ਠੀਕ ਹੈ, ਅਗਲਾ ਪੁਆਇੰਟ ਕੀ ਹੈ ਜੀ ਸਾਡਾ? ਅਸੀਂ ਕਰਨਾ ਹੈ ਮੈਚਿੰਗ। ਠੀਕ ਹੈ, ਕਈ ਜਵਾਕ ਵੱਡੇ ਸਵਾਲਾਂ ਨੂੰ ਦੇਖ ਕੇ ਬੜਾ ਕਨਫਿਊਜ਼ ਹੁੰਦੇ ਨੇ, ਕਨਫਿਊਜ਼ ਨਹੀਂ ਹੋਣਾ ਹੈਗਾ। ਹਾਂਜੀ, ਜੇ ਆਪਾਂ ਗੱਲ ਕਰੀਏ ਅਬੋਲਿਸ਼ਨ ਆਫ ਟਾਈਟਲਸ, ਉਪਾਧੀਆਂ ਦਾ ਖਾਤਮਾ, ਆਰਟੀਕਲ 18। ਜੇ ਆਪਾਂ ਗੱਲ ਕਰੀਏ ਫਰੀडम ਟੂ ਮੈਨੇਜ ਰਿਲੀਜੀਅਸ ਅਫੇਅਰਸ, ਜੇ ਆਪਾਂ ਗੱਲ ਕਰੀਏ ਇਹਦਾ ਆਰਟੀਕਲ ਕਿੰਨਾ ਹੈ? 26। ਪ੍ਰੋਟੈਕਸ਼ਨ ਆਫ ਲੈਂਗੁਏਜ ਆਫ ਮਿਨੋਰਿਟੀ 29। ਰਾਈਟ ਟੂ ਐਜੂਕੇਸ਼ਨ, 6 ਤੋਂ 14 ਸਾਲ ਦੇ ਬੱਚਿਆਂ ਦੀ ਐਜੂਕੇਸ਼ਨ, 86ਵੀਂ ਸੰਵਿਧਾਨਕ ਸੋਧ 2002 ਦੇ ਤਹਿਤ ਆਪਾਂ ਇਹਨੂੰ ਐਡ ਕਰਿਆ। ਇਹਦਾ ਮਤਲਬ ਇਹਦਾ ਆਰਟੀਕਲ 21 ਇਹ ਆਪਾਂ ਜਿਹੜਾ ਐਡ ਕਰਿਆ ਸੀ। ਠੀਕ ਹੈ, ਹਾਂਜੀ ਸਹੀ ਹੈ ਜੀ, ਸਹੀ ਹੈ। ਬਸ ਇਹਨੂੰ ਮੈਚਿੰਗ ਕਰ ਲਓ, ਕੋਈ ਇਸ਼ੂ ਵਾਲੀ ਗੱਲ ਨਹੀਂ ਹੈਗੀ। ਹਾਂ ਬਿਲਕੁਲ 21A ਦੇ ਹੇਠ ਆਪਾਂ ਇਹਨੂੰ ਪ੍ਰੋਟੈਕਟ ਕਰਕੇ ਰੱਖਦੇ ਹਾਂ। ਹਾਂਜੀ, ਰਾਈਟ ਟੂ ਪ੍ਰੋਪਰਟੀ, ਡੈਫੀਨਿਟਲੀ ਇਹ ਕੁਐਸਚਨ ਆਪਾਂ ਕਲਾਸ ਦੇ ਵਿੱਚ ਪਹਿਲਾਂ ਵੀ ਡਿਸਕਸ ਕਰਿਆ ਸੀ ਕਿ ਵਾਟ ਇਜ਼ ਰਾਈਟ ਟੂ ਪ੍ਰੋਪਰਟੀ। ਸਾਡੇ ਮੂਲ ਸੰਵਿਧਾਨ ਦੇ ਵਿੱਚ ਟੋਟਲ 7 ਫੰਡਾਮੈਂਟਲ ਰਾਈਟ ਸੀ, ਉਸ ਤੋਂ ਬਾਅਦ ਇੱਕ ਘਟਾ ਦਿੱਤਾ ਗਿਆ। ਪ੍ਰੈਜ਼ੈਂਟ ਕਨਸਟੀਟਿਊਸ਼ਨ ਦੇ ਵਿੱਚ 6 ਫੰਡਾਮੈਂਟਲ ਰਾਈਟ ਨੇ। ਜਿਹੜਾ ਘਟਾਇਆ ਗਿਆ ਦੈਟ ਵਾਜ਼ ਰਾਈਟ ਟੂ ਪ੍ਰੋਪਰਟੀ, ਜਿਹਨੂੰ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ 44ਵੀਂ ਸੋਧ 1978 ਦੇ ਤਹਿਤ ਉਡਾ ਦਿੱਤਾ। ਉਡਾ ਕੇ ਅਸੀਂ ਇਹਨੂੰ ਆਏ ਵੀ ਜਮੇ ਉਡਾਤਾ, ਉਡਾ ਕੇ ਅਸੀਂ ਇਹਨੂੰ ਇੱਕ ਲੀਗਲ ਰਾਈਟ ਬਣਾਤਾ, ਇੱਕ ਕਾਨੂੰਨੀ ਅਧਿਕਾਰ ਬਣਾਤਾ। ਫੰਡਾਮੈਂਟਲ ਰਾਈਟ ਦੀ ਸੂਚੀ ਚੋਂ ਕੱਢ ਕੇ ਆਪਾਂ ਇਹਨੂੰ ਕੀ ਬਣਾਤਾ? ਇੱਕ ਕਾਨੂੰਨੀ ਅਧਿਕਾਰ ਬਣਾਤਾ ਔਰ ਇਹਨੂੰ ਇੱਕ ਆਰਟੀਕਲ ਦੇਤਾ 300A ਨੰਬਰ ਆਰਟੀਕਲ, ਵੀ ਭਾਈ ਇਹਨੂੰ ਇੱਥੇ ਜੇ ਰੱਖੋ। ਮੌਲਿਕ ਅਧਿਕਾਰ ਦਾ ਮਤਲਬ ਵੀ ਤੁਹਾਨੂੰ ਮਿਲਣਾ ਹੀ ਮਿਲਣਾ ਚਾਹੀਦਾ, ਬਟ ਲੀਗਲ ਰਾਈਟ ਦਾ ਮਤਲਬ ਜੇ ਲੀਗੈਲਿਟੀ ਸ਼ੋ ਹੁੰਦੀ ਹੈ ਤਾਂ ਮਿਲ ਜੂਗਾ, ਤੇ ਨਹੀਂ ਤਾਂ ਫਿਰ ਨਹੀਂ ਮਿਲੂਗਾ। ਤਾਂ ਇਹ ਪ੍ਰੈਜ਼ੈਂਟ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇੱਕ ਕੀ ਹੈ? ਕਾਨੂੰਨੀ ਅਧਿਕਾਰ ਹੈ, ਲੀਗਲ ਰਾਈਟ ਆ। ਕਿਸ ਸੋਧ ਦੇ ਦੁਆਰਾ ਜਾਇਦਾਦ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ? ਤਾਂ ਡੈਫੀਨਿਟਲੀ 44th ਅਮੈਂਡਮੈਂਟ 1978। ਇਹਨਾਂ ਦੇ ਵਿੱਚੋਂ ਕਿਹਨੂੰ ਲਘੂ ਸੰਵਿਧਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਮਿਨੀ ਕਨਸਟੀਟਿਊਸ਼ਨ ਕਿਹੜੇ ਅਮੈਂਡਮੈਂਟ ਨੂੰ ਕਿਹਾ ਜਾਂਦਾ ਹੈ? ਇਹ ਵੀ ਪੁਆਇੰਟ ਆਪਾਂ ਨੇ ਕਲਾਸ ਦੇ ਵਿੱਚ ਕਰਿਆ ਸੀ। ਮਿਨੀ ਕਨਸਟੀਟਿਊਸ਼ਨ
ਜਿਹਨੂੰ ਤੁਸੀਂ ਬੋਲ ਦਿੰਦੇ ਹੋ ਲਘੂ ਸੰਵਿਧਾਨ। ਲਘੂ ਸੰਵਿਧਾਨ ਕਿਹਾ ਜਾਂਦਾ ਹੈ ਜੀ 42ਵੀਂ ਸੋਧ 1976 ਨੂੰ। ਇਹ ਕਿਹੜੇ ਟਾਈਮ ਦੀ ਸਰਕਾਰ ਵੇਲੇ ਹੋਈ ਸੀ? ਇੰਦਰਾ ਗਾਂਧੀ ਦੀ ਸਰਕਾਰ ਵੇਲੇ ਹੋਈ ਸੀ, ਜਦੋਂ ਪ੍ਰੈਜ਼ੀਡੈਂਟ ਦੀਆਂ ਵੀਟੋ ਚੱਕਦੀਆਂ ਸੀ। ਮਤਲਬ ਇੱਕ ਬਹੁਤ, ਆਪਾਂ ਤਾਂ ਕਹਿ ਦਿੰਦੇ ਨਾ ਵੀ ਪ੍ਰੈਜ਼ੈਂਟ ਮੋਦੀ ਬਹੁਤ ਐਕਸਪਲੋਇਟ ਕਰ ਰਿਹਾ ਹੈ, ਮੋਦੀ ਨਾਲੋਂ ਤਾਂ ਕਿਤੇ ਜ਼ਿਆਦਾ ਐਕਸਪਲੋਇਟ ਕਰਿਆ ਗਿਆ ਇੰਡੀਅਨ ਕਨਸਟੀਟਿਊਸ਼ਨ ਜਦੋਂ ਅਸੀਂ ਇੰਦਰਾ ਗਾਂਧੀ ਦੀ ਗੱਲ ਕਰਦੇ ਹਾਂ। ਹੂੰ 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 ਹੂੰ। ਅਗਲਾ ਕੁਐਸਚਨ ਕੀ ਹੈ ਜੀ? ਅਗਲਾ ਕੁਐਸਚਨ ਹੈ ਜੀ ਕਿ which of the following is not a fundamental right granted by the Indian constitution to the citizens? ਹੇਠ ਲਿਖਿਆ ਵਿੱਚੋਂ ਕਿਹੜਾ ਇੱਕ ਫੰਡਾਮੈਂਟਲ ਰਾਈਟ ਹੈ ਜਿਹੜਾ ਕਿ ਉੱਥੋਂ ਦੇ ਸਿਟੀਜ਼ਨਸ ਨੂੰ ਨਹੀਂ ਮਿਲਦਾ, ਮਤਲਬ ਫੰਡਾਮੈਂਟਲ ਰਾਈਟ ਨਹੀਂ ਹੈ ਸਾਡਾ? ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵਸਣ ਦਾ ਅਧਿਕਾਰ ਹੈਗਾ, 19 ਨੰਬਰ ਆਰਟੀਕਲ ਦੇ ਵਿੱਚ ਫਰੀडम ਦਿੱਤੀ ਹੋਈ ਹੈ। ਲਿੰਗ ਸਮਾਨਤਾ ਦਾ ਅਧਿਕਾਰ ਬਿਲਕੁਲ ਹੈ। ਅਸੀਂ 15 ਨੰਬਰ ਆਰਟੀਕਲ ਦੇ ਵਿੱਚ 5 ਟਾਈਪ ਦੀ ਸਮਾਨਤਾ, ਜਿਹਦੇ ਵਿੱਚ ਇੱਕ ਸਮਾਨਤਾ ਹੈ ਲਿੰਗ, ਸੈਕਸ਼ੂਅਲੀ ਬੇਸਡ, ਠੀਕ ਹੈ। ਸੂਚਨਾ ਦਾ ਅਧਿਕਾਰ, ਰਾਈਟ ਟੂ ਇਨਫੋਰਮੇਸ਼ਨ ਨਹੀਂ ਹੈ, ਰਾਈਟ ਟੂ ਇਨਫੋਰਮੇਸ਼ਨ ਨਹੀਂ ਹੈ, एक फंडामेंटल राइट नहीं है, ठीक है। हाँ, शोषण के खिलाफ अधिकार डेफिनेटली, राइट अगेंस्ट एक्सप्लोटेशन हैगा, ठीक है। हुण मैनूं कोई ऐं दसूगा कि राइट टू इनफॉर्मेशन आरटीआई ਆਪਾਂ ਨਹੀਂ ਪਾਉਂਦੇ, ਆਰਟੀਆਈ ਪਾ ਰਹੇ ਜੀ ਅਸੀਂ, ਆਰਟੀਆਈ ਪਾਈ ਹੋਈ ਹੈ, ਇਹ ਕਿਹਦੇ ਅੰਡਰ ਪਾ ਸਕਦੇ ਆ ਆਪਾਂ? ਕੋਈ ਦੱਸੂਗਾ ਮੈਨੂੰ ਆਰਟੀਆਈ ਦਾ ਕਨਸੈਪਟ ਕਿਹੜਾਗਾ? ਐਨੀਬਡੀ? जल्दी। हाँ, राइट टू इन्फॉर्मेशन एक्ट कदों बनया सी? ओके, राइट 2005, डेफिनेटली राइट टू इन्फॉर्मेशन एक्ट 2005। ਹੁਣ ਜਿਵੇਂ ਤੁਸੀਂ ਹੋ, ਜੇ ਤੁਹਾਨੂੰ ਲੱਗਦਾਗਾ ਵੀ ਭਾਈ ਅਸੀਂ ਆਪਣਾ ਪੇਪਰ ਦੇਖਣਾ ਵੀ ਕਦੋਂ ਆਉਣਾ, ਡਿਪਾਰਟਮੈਂਟ ਚ ਪਾ ਦਿਓ ਰਾਈਟ ਟੂ ਇਨਫੋਰਮੇਸ਼ਨ, ਤੁਹਾਡਾ ਅਧਿਕਾਰ ਆ। ਜੇ ਤੁਸੀਂ ਕੋਈ ਫਾਈਲ ਲਾਈ ਹੈ, ਤੁਹਾਡੀ ਕੋਈ ਫਾਈਲ ਲੱਗੀ ਹੋਈ ਆ ਕੋਈ ਸਰਕਾਰੀ ਕੰਮ ਵਾਸਤੇ, ਕਈ ਵਾਰੀ ਕੀ ਹੁੰਦਾ ਵੀ 4-4 ਮਹੀਨੇ 6-6 ਮਹੀਨੇ ਫਾਈਲਾਂ ਦਫ਼ਤਰਾਂ ਚ ਰੁਲਦੀਆਂ ਰਹਿੰਦੀਆਂ, ਬੰਦਿਆਂ ਨੂੰ ਪਤਾ ਹੀ ਨਾ ਹੁੰਦਾ, ਨੋਰਮਲ ਲੋਕਾਂ ਨੂੰ ਪਤਾ ਹੀ ਨਾ ਹੁੰਦਾ ਵੀ ਸਾਡੀ ਫਾਈਲ ਚ ਕੀ ਹੋਈ ਜਾਂਦਾ, ਕਿੱਥੇ ਜੇ ਪਹੁੰਚੀ। ਤਾਂ ਅਸੀਂ ਆਪਣੇ ਕਿਸੇ ਵੀ ਫਾਈਲ ਨੂੰ ਉਹਦੀ ਜਾਣਕਾਰੀ ਵਾਸਤੇ ਜਾਣ ਸਕਦੇ ਹਾਂ ਵੀ ਭਾਈ ਜਿਹੜੀ ਸਾਡੀ ਫਾਈਲ ਲੱਗੀ ਹੋਈ ਸੀ ਉਹ ਕਿੱਥੇ ਜੇ ਪਹੁੰਚੀ, ਉਹਦੀ ਕੀ ਅਪਡੇਸ਼ਨ ਹੈ, ਉਹਨੂੰ ਲੈ ਕੇ ਕੀ ਖਬਰ ਆ, ਇਹ ਆਰਟੀਆਈ ਹੈ, ਠੀਕ ਹੈ। ਤਾਂ ਆਪਣਾ ਜਿਹੜਾ ਆਨਸਰ ਬਣੂਗਾ ਸੂਚਨਾ ਦਾ ਅਧਿਕਾਰ, ਭਾਵ ਕਿ ਸੀ ਨੰਬਰ ਆਰਟੀਕਲ। ਪਰ ਇਹ ਫੰਡਾਮੈਂਟਲ ਰਾਈਟ ਨਹੀਂ ਹੈਗਾ, ਇਸ ਚੀਜ਼ ਦਾ ਵੀ ਸਾਨੂੰ ਧਿਆਨ ਰੱਖਣਾ ਪਊਗਾ। ਹਾਂਜੀ, ਅਗਲਾ ਪੁਆਇੰਟ ਕੀ ਹੈ? ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲ ਆਫ ਦ ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਰਿਲੇਟਡ ਟੂ ਦ ਇਕੁਐਲਿਟੀ ਬਿਫੋਰ ਲਾਅ? ਲਓ ਜੀ, ਆਰਟੀਕਲ 16 ਕਿਹਦੀ ਗੱਲ ਕਰਦਾ? ਪਹਿਲੀ ਗੱਲ ਤਾਂ ਪਹਿਲਾ ਆਨਸਰ ਲਾ ਲਈਏ, ਇਕੁਐਲਿਟੀ ਬਿਫੋਰ ਲਾਅ, ਇਟ ਮੀਨਸ ਆਰਟੀਕਲ ਕਿਹੜਾ ਹੈਗਾ? 14, ਕਾਨੂੰਨ ਦੇ ਸਾਹਮਣੇ ਸਮਾਨਤਾ, ਆਰਟੀਕਲ ਕਿਹੜਾ ਹੈਗਾ? 14। ਆਰਟੀਕਲ 13 ਡੈਫੀਨਿਟਲੀ ਜੁਡੀਸ਼ੀਅਲ ਰਿਵਿਊ ਦੇ ਅੰਡਰ ਸਾਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਦਾ। ਆਰਟੀਕਲ 15 5 ਟਾਈਪ ਦੀ ਇਕੁਐਲਿਟੀਜ਼ ਦੀ ਗੱਲ ਕਰਦਾ। ਆਰਟੀਕਲ 16 ਰੋਜ਼ਗਾਰ ਦੇ ਸਮਾਨ ਮੌਕਿਆਂ ਦੀ ਗੱਲ ਕਰਦਾ, ਹਨਾ। ਤਾਂ ਸਾਨੂੰ ਹੋ ਸਕਦਾ ਅਗਲੀ ਵਾਰੀ ਸਵਾਲ ਇੱਥੋਂ ਆ ਜੇ, ਤਾਂ ਸਾਨੂੰ ਇਹ ਚੀਜ਼ ਨੂੰ ਪ੍ਰੋਪਰਲੀ ਦੇਖਣਾ ਤੇ ਪੜ੍ਹਨਾ ਪਊਗਾ। ਅਗਲਾ ਪੁਆਇੰਟ ਕਿਹੜਾ ਜੀ? ਰਾਈਟ ਟੂ ਐਜੂਕੇਸ਼ਨ ਟੂ ਆਲ ਦਾ ਚਿਲਡਰਨ ਬਿਟਵੀਨ ਦਾ ਏਜ ਗਰੁੱਪ ਆਫ 6 to 14 ਈਅਰਸ। 6 ਤੋਂ 14 ਸਾਲ ਦੇ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦਿੱਤੀ ਜਾਊਗੀ। 86th ਅਮੈਂਡਮੈਂਟ ਐਕਟ 2002 ਦੇ ਤਹਿਤ ਇਹ ਚੀਜ਼ ਐਡ ਕਰੀ ਗਈ। ਕਿੱਥੇ ਐਡ ਕਰੀ ਗਈ? ਫੰਡਾਮੈਂਟਲ ਰਾਈਟਸ ਦੇ ਵਿੱਚ। ਦੋ ਜਗ੍ਹਾ ਤੇ ਐਡ ਕਰੀ ਗਈ। ਫੰਡਾਮੈਂਟਲ ਡਿਊਟੀ ਪੇਰੈਂਟਸ ਦੀ ਹੈ, ਜੋ ਕਿ 11th ਡਿਊਟੀ ਹੈ, 11ਵੀਂ ਡਿਊਟੀ ਹੈ। ਔਰ ਫੰਡਾਮੈਂਟਲ ਰਾਈਟ ਉਹ ਸਾਰੇ ਬੱਚਿਆਂ ਦਾ ਜਿਹੜੇ ਕਿ 6 ਤੋਂ 14 ਸਾਲ ਦੇ ਨੇ। ਬਿਲਕੁਲ ਜੀ, ਬੀ ਆਪਸ਼ਨ ਇਜ਼ ਦ ਰਾਈਟ ਆਪਸ਼ਨ। ਆਰਟੀਕਲ 21 ਤੇ ਏ ਦੋ ਚੀਜ਼ਾਂ ਐਡ ਹੋਈਆਂ, ਇੱਕ 11th ਡਿਊਟੀ, ਇੱਕ ਆਰਟੀਕਲ 21A ਇੰਪੋਰਟੈਂਟ ਆ। Next question, which part of Constitution of India describes the model of welfare state? ਲੋ ਜੀ, ਕੀ ਕਹਿੰਦੇ? ਵੈਲਫੇਅਰ, ਕਲਿਆਣ ਰਾਜ। ਕਿੱਥੇ ਗੱਲ ਹੋਈ ਸੀ ਵੈਲਫੇਅਰ ਸਟੇਟ ਦੀ? ਐਵਰੀਬਡੀ, ਡੀਪੀਐਸਪੀ, ਵੈਲਫੇਅਰ ਸਟੇਟ। ਹੂੰ
ਪਾਰਟ 4 ਆਰਟੀਕਲ 36 ਤੋਂ 51 ਲਿਆਂਦੇ ਨੇ ਆਇਰਲੈਂਡ ਤੋਂ। ਡੀਪੀਐਸਪੀ ਸਿਸਟਮ ਨਿਆਂਯੋਗ ਨਹੀਂ ਹੈ, ਸਹੂਲਤਾਂ ਨੇ, ਇੱਕ ਡਾਇਰੈਕਸ਼ਨ ਹੈ ਸਰਕਾਰ ਵਾਸਤੇ ਕਿ ਕੰਮ ਕਿਵੇਂ ਕਰਨਾ ਹੈਗਾ। ਮॉडल ऑफ वेलफेयर स्टेट ਇੱਥੇ ਹੀ डिफाइन करा गया। द इंडियन कॉन्स्टिट्यूशन बोरोड द डीपीएसपी डेफिनेटली कित्थों लैंदा आयरलैंड तो। अच्छा तीन चीज़ां लिखो ਜਿਹੜੀਆਂ ਅਸੀਂ यूनाइटेड किंगडम तो ਲੈਂਦੀਆਂ ਨੇ। एनी 3 थिंग्स ਜਿਹੜੀਆਂ ਅਸੀਂ इंग्लैंड तो ਲੈਂਦੀਆਂ ਨੇ। जल्दी जल्दी कमेंट सैक्शन ਦੇ ਵਿੱਚ। फिर अगेन ਜਿਹੜੀਆਂ ਤਿੰਨ ਅਸੀਂ अमेरिका तो ਲੈਂਦੀਆਂ ਨੇ। मोस्ट इंपॉर्टेंट 3 concepts that we borrowed from England। हाँ जी लिखो, जिन्ना चिर बारे बारे नहीं ना पढ़ते चीज़ां नूं। इकट्ठा करके लिखो इको मैसेज दे विच। लो जी इत्थों असीं लैके आए हैं भारत दी पार्लियामेंट, भारत दी संसद। फिर असीं लैके आए हैं कैबिनेट स्ट्रक्चर। फिर असीं लैके आए हैं रिट स्ट्रक्चर, रिटां पैंदियां ने। फिर असीं लैके आए हैं होर की लैके आए आपां, होर आपां प्राइम मिनिस्टर दा अहुदा भी इत्थों लैके आए हैं। होर आपां की लैके आए हैं जी सिंगल सिटीजनशिप, है ना, ये भी इत्थों लैके आए आपां। अमेरिका तो की लैके आए हैं फंडामेंटल राइट्स, इंपीचमेंट ऑफ प्रेजिडेंट, सुप्रीम कोर्ट ते हाई कोर्ट दे जजां नूं हटाउण दी विधि, जुडिशियल रिव्यू दा कॉन्सैप्ट, इंडिपेंडेंट जुडिशरी। याद है ना सारा कुछ, भुलता नहीं गए? तो फिर ये चीज़ां नूं बारी बारी इंपॉर्टेंटली पढ़ना। बिल्कुल जी बिल्कुल। प्रैम्बल लेके आए आप अमेरिका तो डेफिनेटली। आयरलैंड तो आप डीपीएसपी स्ट्रक्चर। अच्छा आयरलैंड तो एक होर की लेके आए हैं डीपीएसपी तो बिना। आयरलैंड तो एक होर लेके आए हैं, आयरलैंड तो एक होर प्रबंध लेके आए हैं। किहड़ा प्रबंध सी ओह? यस बिल्कुल। इलैक्शन मैनर ऑफ प्रेजिडेंट, राष्ट्रपति दी चोण विधि आर्टिकल 55। राष्ट्रपति दी चोण विधि, राष्ट्रपति दी चोण विधि आर्टिकल 55। अगे जाके आप पढ़ांगे प्रेजिडेंट दी इलैक्शन, बट आप इलैक्शन मैथड ऑफ प्रेजिडेंट। हाँ जी। रूल ऑफ लॉ जापान तो, रूल ऑफ लॉ जापानीज कॉन्स्टिट्यूशन तो। हाँ बिल्कुल सही पकड़े। सो ऑप्शन इज आयरलैंड। अगला क्वेश्चन है जी, अगला क्वेश्चन है इक्वल पे फॉर इक्वल वर्क। वाओ, इक्वल पे फॉर इक्वल वर्क केड़ा कॉन्सेप्ट है? डीपीएसपी स्ट्रक्चर डेफिनेटली, है ना। लिविंग वेज फिक्स करी गई डेफिनेटली। राजनीति के निर्देशक सिद्धांत। अगला पॉइंट है जी पंचायती राज स्ट्रक्चर किथे है? अच्छा आर्टिकल लभो। पहली गल तां पंचायती राज स्ट्रक्चर दा गांधीयन प्रिंसीपल दे अंडर एक आर्टिकल पढ़िया सी 40 नंबर पढ़िया सी ना। आपां जिहड़ा अपना डीपीएसपी स्ट्रक्चर है इहनूं किन्ने प्रिंसीपल्स दे अंडर डिवाइड कीता? 3 प्रिंसीपल, सोशलिस्टिक प्रिंसीपल, गांधीइज्म प्रिंसीपल्स और जर्नल प्रिंसीपल्स। गांधीइज्म प्रिंसीपल्स विच आर्टिकल 40 सेज अबाउट द, किदे बारे गल करदा है? अबाउट गल करदा पंचायती राज दे बारे दे विच कम्स अंडर राजनीति दे निर्देशक सिद्धांत। जदों असीं अपने देश दे विच पंचायती राज स्ट्रक्चर दी गल करदे हां तां साडे कोले 11वीं अनुसूची, दूसरे नंबर ते 12वीं अनुसूची, इन्हां दोवां दे विच जिक्र आउंदा हैगा। 11वीं अनुसूची 73वीं सोध 1992, 74वीं सोध 1992। 11वीं अनुसूची दे विच असीं किहा है कि 29 विषय ने पंचायतां कोले। पावर ऑफ पंचायत दी गल करी आ, इहदे कोले 18 विषय ने। एक तां अपना इत्थे पंचायती राज दा जिक्र आउंदा है, दूसरा नंबर अपना डीपीएसपी दे आर्टिकल 40 दे विच पंचायती राज दा जिक्र आउंदा है। तीसरा नंबर अपना जिहड़ा पंचायती राज स्ट्रक्चर नूं लैके जिक्र आउंदा है पार्ट 9वां ते पार्ट 9वां ए, जिहड़ा अगे जाके असीं पढ़ांगे पार्ट 9 एंड पार्ट 9 ए, जिहदे विच आपां ने आर्टिकल 243 दे बारे दे विच डिटेल पढ़नागा। ये 3 जगह ते पंचायती राज स्ट्रक्चर दा जिक्र जिहड़ा है वो डेफिनेटली करया जांदा हैगा। हाँ हाँ बिल्कुल।
ਤਾਂ ਸਾਡਾ ਆਨਸਰ ਕੀ ਆ ਗਿਆ? ਸੀ ਆਪਸ਼ਨ, दैट इज ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ। ਅਗਲਾ ਪੁਆਇੰਟ ਕੀ ਹੈ? ਵਿਚ ਵਨ ਆਫ ਦ ਫੋਲੋਇੰਗ ਆਰਟੀਕਲਸ ਡਾਇਰੈਕਟਸ ਦ ਸਟੇਟ ਗਵਰਨਮੈਂਟ ਟੂ ਆਰਗੇਨਾਈਜ਼ ਦ ਪੰਚਾਇਤਸ। ਸੇਮ ਆਰਟੀਕਲ ਰਿਪੀਟ ਆਇਆ, ਹੁਣੇ ਦੱਸ ਕੇ ਹਟੀ। ਪੰਚਾਇਤਾਂ ਦੇ ਬਾਰੇ ਦੇ ਵਿੱਚ ਗੱਲ ਕਰਦਾ ਆਰਟੀਕਲ 40। ਆਰਟੀਕਲ 33 ਕਿਹਦੀ ਗੱਲ ਕਰਦਾ ਹੈ? ਆਰਟੀਕਲ 48 ਕਿਹਦੀ ਗੱਲ ਕਰਦਾ ਹੈ? ਆਰਟੀਕਲ 50 ਕਿਹਦੀ ਗੱਲ ਕਰਦਾ ਹੈ? ਕਮੈਂਟ ਸੈਕਸ਼ਨ ਦੇ ਵਿੱਚ ਨਾਲ ਆਰਟੀਕਲ ਲਿਖ ਕੇ ਦੱਸਣਾ ਕੁਇਕਲੀ। ਆਰਟੀਕਲ 33 ਕਿਹਦੇ ਬਾਰੇ ਗੱਲ ਕਰਦਾ ਹੈ? 33 ਤਾਂ ਚਲੋ ਛੱਡੋ, 33 ਤਾਂ ਫੰਡਾਮੈਂਟਲ ਰਾਈਟਸ ਦਾ ਹੀ ਆਰਟੀਕਲ ਹੈਗਾ, ਇਹਨੂੰ ਤੁਸੀਂ ਛੱਡ ਸਕਦੇ ਹੋ। ਆਰਟੀਕਲ 40 ਹੋ ਗਿਆ, 48 ਤੇ 50 ਦੋਵੇਂ ਦੱਸ ਦੋ। ਆਰਟੀਕਲ 48 ਤੇ 50 ਕਾਦੀ ਗੱਲ ਕਰਦੇ ਨੇ? ਦੋਵੇਂ ਪੁਆਇੰਟ ਦੱਸੋ। ਆਰਟੀਕਲ 48 ਸਭ ਤੋਂ ਪਹਿਲਾਂ ਐਨਾ ਟਾਈਮ ਆਰਟੀਕਲ 48 ਕਿਹਦੀ ਗੱਲ ਕਰਦਾ ਜੀ? ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ। ਆਰਟੀਕਲ 50 ਕਿਹਦੀ ਗੱਲ ਕਰਦਾ? ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। हाँ 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 बिल्कुल, इंटरनेशनल पीस एंड सिक्योरिटी, सही हो। अगला पॉइंट है जी, अगला पॉइंट है जी, मैच करने ने आपां ने आर्टिकल्स मैच करने ने ਜਿਹੜੇ ਕਿ ਡੀਪੀਐਸਪੀ ਦੇ ਨੇ। ਸਭ ਤੋਂ ਪਹਿਲਾਂ ਦੇਖੋ ਆਰਟੀਕਲ 40 ਕਿਹਦੇ ਨਾਲ ਸੰਬੰਧ ਰੱਖਦਾ? ਪੰਚਾਇਤੀ ਰਾਜ ਦੇ ਸੰਗਠਨ ਦੇ ਨਾਲ। ਆਰਟੀਕਲ 41 ਰਾਈਟ ਟੂ ਵਰਕ ਦਿੰਦਾ ਸਾਡੇ ਕੋਲੇ। ਆਰਟੀਕਲ 44 यूनिफॉर्म सिविल कोड ਦਿੰਦਾ। आर्टिकल 48 ऑर्गेनाइजेशन ऑफ एग्रीकल्चर एंड एनिमल हसबेंडरी। मैच हो गया आपस ਦੇ ਵਿੱਚ, ਸਾਰੇ ਸਿੱਧੇ ਸਿੱਧੇ ਮੈਚ ਹੋ ਰਹੇ ਨੇ। ਦੇਖ ਲਓ ਇੱਕ ਵਾਰੀ ਧਿਆਨ ਨਾਲ ਕੁਐਸਚਨ ਨੂੰ 1 2 3 4 ਡੈਫੀਨਿਟਲੀ। ਯੈਸ, ਸਭ ਦਾ ਮੈਚ ਹੋ ਗਿਆ ਹੁਣ ਮੇਰੇ ਖਿਆਲ ਦੇ ਵਿੱਚ। ਅਗਲਾ ਪੁਆਇੰਟ ਹੈ ਜੀ, ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਭਾਰਤ ਦੀ ਵਿਦੇਸ਼ ਨੀਤੀ ਨਾਲ ਸੰਬੰਧਿਤ ਹੈ? ਦੇਖੋ ਕਿੱਡਾ ਲੌਜੀਕਲ ਜਿਹਾ ਕੁਐਸਚਨ ਪੁੱਛਿਆ ਗਿਆ। ਵਿਦੇਸ਼ ਨੀਤੀ ਦਾ ਮਤਲਬ ਕੀ ਹੋ ਗਿਆ? ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਵਿਦੇਸ਼ ਨੀਤੀ ਦਾ ਮਤਲਬ ਕੀ ਹੋ ਗਿਆ? ਇੰਟਰਨੈਸ਼ਨਲ, ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ। ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਵਿੱਚ ਆਰਟੀਕਲ ਸੇਜ਼ ਅਬਾਊਟ, ਕਿਹੜਾ ਆਰਟੀਕਲ ਗੱਲ ਕਰਦਾ ਹੈ ਪੀਸ ਐਂਡ ਸਿਕਿਉਰਿਟੀ ਦੀ? ਹਾਂਜੀ ਡੈਫੀਨਿਟਲੀ ਡੀ ਨੰਬਰ ਆਰਟੀਕਲ। ਆਰਟੀਕਲ 60 ਪਤਾ ਕਿਹਦੇ ਬਾਰੇ ਹੈ? ਐਨੀਬਡੀ? ਚਲੋ ਕਾਮਨ ਨੌਲੇਜ ਚੈੱਕ ਕਰਦੇ ਹਾਂ ਟੈਟ ਚ ਕਿੰਨੀ ਕੁ ਮਿਹਨਤ ਲਾਈ ਹੈ। ਆਰਟੀਕਲ 60 ਕਿਹਦੇ ਬਾਰੇ ਦੇ ਵਿੱਚ ਹੈ? ओथ ऑफ प्रेसिडेंट, राष्ट्रपति की सौं की गल करदा है। चलो अगला पॉइंट है, अच्छा बाबा बड़ा क्वेश्चन है, चलो जी ਐਂ ਜੇ ਸੈੱਟ ਕਰ ਲਓ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਸ਼ਾਮਲ ਕਿਹੜੀਆਂ ਆਈਟਮਾਂ ਨੇ? ਮਤਲਬ ਕਿਹੜੇ ਆਪਸ਼ਨਸ ਉੱਥੇ ਨੇ? ਸ਼ਰਾਬ ਦੇ ਸੇਵਨ ਦੀ ਮਨਾਹੀ, ਡੈਫੀਨਿਟਲੀ। ਪਬਲਿਕ ਹੈਲਥ ਦੇ ਉੱਪਰ ਨਹੀਂ ਗੱਲ ਕਰੇਗੀ ਕਿ ਸਮੇਂ-ਸਮੇਂ ਤੇ ਸਰਕਾਰ ਇਹੋ ਜਿਹੀਆਂ ਸਹੂਲਤਾਂ ਦਊਗੀ ਜਿਹਦੇ ਆਧਾਰ ਤੇ ਪਬਲਿਕ ਹੈਲਥ ਹੈ ਜਿਹੜੀ ਉਹ ਬਣੀ ਰਹੇ। ਜੇ ਸਾਨੂੰ ਲੱਗੂਗਾ, ਜੇ ਸਰਕਾਰ ਨੂੰ ਲੱਗੂਗਾ ਵੀ ਸ਼ਰਾਬ ਪੀ ਕੇ ਲੋਕ ਜ਼ਿਆਦਾ ਅਨਹੈਲਦੀ ਜਾਂ ਆਪਣੀ ਸਿਹਤ ਨੂੰ ਨੁਕਸਾਨ ਕਰ ਰਹੇ ਨੇ ਤਾਂ ਡੈਫੀਨਿਟਲੀ ਠੀਕ ਹੈ। ਫੈਕਟਰੀਆਂ ਵਿੱਚ ਖਾਣਾ ਵਿੱਚ ਬੱਚਿਆਂ ਦੇ ਰੁਜ਼ਗਾਰ ਦੀ ਮਨਾਹੀ, ਭਿਖਾਰੀ ਜਾਂ ਜ਼ਬਰ ਮਜ਼ਦੂਰੀ ਦੀ ਮਨਾਹੀ। ਦੇਖੋ ਜੀ ਆਹ ਦੋਵੇਂ ਫੰਡਾਮੈਂਟਲ ਰਾਈਟਸ ਨੇ, ਆਹ ਦੋਵੇਂ ਫੰਡਾਮੈਂਟਲ ਰਾਈਟਸ ਨੇ। ਛੂਆਛਾਤ ਦੀ ਮਨਾਹੀ ਵੀ ਫੰਡਾਮੈਂਟਲ ਰਾਈਟ ਆ। ਡੀਪੀਐਸਪੀ ਸਿਰਫ ਸਾਡੇ ਕੋਲੇ ਪਬਲਿਕ ਹੈਲਥ ਦੀ ਗੱਲ ਕਰਦਾ। 1 2 3 ਹਾਊ ਵਿਲ ਇਟ ਕਮ? ਮਨਪ੍ਰੀਤ ਤਿੰਨੇ ਚੀਜ਼ਾਂ ਕਦੋਂ ਲਿਖੀਆਂ ਗਈਆਂ ਨੇ? ਯੈਸ, the option is the right option, definitely. सही हो गया, शुक्र है सही हो गया। चलो जी अगला पॉइंट, नेरी नूरी बहुत आ रही है, बहुत थोड़े टाइम तक इदू पहला के तारा तुरा हिल जाना, आप सवाल कर लगे। अंडर विच आर्टिकल ऑफ द इंडियन कॉन्स्टिट्यूशन प्रोविजन फंडामेंटल ड्यूटीज हैज बीन मेड बाय 42nd अमेंडमेंट एक्ट।
फंडामेंटल ड्यूटीज, हाँ जी हो गया, ਜਵਾਕ ਆ ਗਏ, ਚੰਗੀ ਗੱਲ ਹੈ। ਚਲੋ ਜੇ ਆਪਾਂ ਗੱਲ ਕਰੀਏ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦਾ ਕਨਸੈਪਟ ਸਾਡੇ ਕਿਹੜੀ ਅਮੈਂਡਮੈਂਟ ਦੇ ਥਰੂ ਐਡ ਕੀਤਾ ਗਿਆ, 42nd ਅਮੈਂਡਮੈਂਟ 1976। ਫੰਡਾਮੈਂਟਲ ਡਿਊਟੀਜ਼ ਅਸੀਂ ਕਿਹੜੇ ਦੇਸ਼ ਤੋਂ ਕਾਪੀ ਕਰੀਆਂ ਨੇ, ਰਸ਼ੀਆ ਤੋਂ ਕਾਪੀ ਕਰੀਆਂ ਨੇ। ਕਿਹੜਾ ਅਮੈਂਡਮੈਂਟ 42nd, ਕਿੰਨੀਆਂ ਫੰਡਾਮੈਂਟਲ ਡਿਊਟੀਜ਼ 10, ਕਿਹੜੀ ਕਮੇਟੀ ਦੀ ਸਿਫਾਰਿਸ਼ ਤੇ, ਸਰਦਾਰ ਸਵਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ, ਆਰਟੀਕਲ 51A ਔਰ ਭਾਰਤੀ ਸੰਵਿਧਾਨ ਦਾ ਪਾਰਟ 4th A ਇਹ ਗੱਲ ਕਰਦੇ ਨੇ ਅਬਾਊਟ ਫੰਡਾਮੈਂਟਲ ਡਿਊਟੀਜ਼ ਮੀਨਸ ਆਰਟੀਕਲ 51A। ਠੀਕ ਹੈ, ਆਰਟੀਕਲ 50 ਕਿਹਦੇ ਬਾਰੇ ਹੈ, ਡੀਪੀਐਸਪੀ ਦਾ ਆਪਾਂ ਹੁਣੇ ਪੜ੍ਹ ਕੇ ਹਟੇ। ਆਰਟੀਕਲ 52 ਕਿਹਦੇ ਬਾਰੇ ਹੈ, ਪ੍ਰੈਜ਼ੀਡੈਂਟ, देयर शैल बी अ प्रेसिडेंट ऑफ इंडिया, भारत च एक राष्ट्रपति होवेगा। आर्टिकल 53 किहदे बारे है, राष्ट्रपति दी एग्जीक्यूटिव पावर्स दे बारे दे विच है। ऑप्शन भी चैक करने ने, ऑप्शंस भी चैक करने ने कि कोरिलेटेड ऑप्शंस की कह रहे ने। अगला पॉइंट देखो जी, अगला सवाल, the provisions related to fundamental duties in the constitution of India were added on the recommendation of Swarn Singh committee definitely। अच्छा इत्थे ना साडे कोले एक होर कमेटी दित्ती गई है, दैट इज लाइक ऑप्शन मैनू चुभ रहा, बलवंत राय मेहता कमेटी। सवाल का सही जवाब सरदार स्वर्ण सिंह कमेटी होगा डेफिनेटली, बिकॉज सरदार स्वर्ण सिंह कमेटी की सिफारिश तो बाद ही भारतीय संविधान में फंडामेंटल ड्यूटीज लियांदियां गईयां। बलवंत राय मेहता कमेटी के उपर जानकारी, बलवंत राय मेहता कमेटी के उपर रोशनी पाओ जी, चानना पाओ, है ना। ये तो साडा बेस है ना, पंचायती राज